अस्सलाम वालेकुम की हाल है ਤੁਹਾਡਾ। ਉਮੀਦ ਕਰਨੀ ਹੈ ਸਾਰੇ ਬਿਲਕੁਲ ਠੀਕ ਠਾਕ ਤੇ ਮਜ਼ੇ ਵਿੱਚ ਹੋਗੇ। ਪੇਪਰ ਤੁਹਾਡੇ ਮੁੱਕ ਗਏ ਨੇ ਤੇ ਮੈਨੂੰ ਬਹੁਤ ਯਕੀਨ ਹੈ ਕਿ ਤੁਹਾਡੇ ਪੇਪਰ ਬਹੁਤ ਚੰਗੇ ਹੋਏ ਹੋਣਗੇ ਤੇ ਤੁਸੀਂ ਬਹੁਤ ਸਾਰਾ ਅੱਛਾ ਪੇਪਰ ਅਟੈਂਪਟ ਕੀਤਾ ਹੋਵੇਗਾ ਤੇ ਹੁਣ ਤੁਸੀਂ ਰਿਜ਼ਲਟ ਦੇ ਇੰਤਜ਼ਾਰ ਵਿੱਚ ਹੋਗੇ। ਠੀਕ ਹੈ, ਤੇ ਉਹਨਾਂ ਬੱਚਿਆਂ ਵਾਸਤੇ ਜਿਹੜੇ ਅਜੇ ਤਿਆਰੀ ਕਰ ਰਹੇ ਨੇ 2023 ਦੀ ਅਟੈਂਪਟ ਦੇਣ ਵਾਸਤੇ, ਉਹਨਾਂ ਨੂੰ ਵੀ ਗੁੱਡ ਲੱਕ। ਤੇ ਉਹਨਾਂ ਵਾਸਤੇ ਵੀ ਥੋੜੀ ਬਹੁਤ ਗਾਈਡੈਂਸ ਮੈਂ ਦੇ ਦੇਵਾਂਗੀ ਜਿਵੇਂ ਜਿਵੇਂ ਮੈਂ ਗੱਲ ਕਰਾਂਗੀ। ਠੀਕ ਹੈ, ਅੱਛਾ, ਅੱਜ ਦੀ ਇਸ ਵੀਡੀਓ ਦਾ ਮਕਸਦ ਹੈ ਜੀ, ਅੱਜ ਅਸੀਂ ਐਨਾਲਿਸਿਸ ਕਰਾਂਗੇ। ਜਿਵੇਂ ਮੈਂ ਪਹਿਲੇ ਇੱਕ ਵੀਡੀਓ ਬਣਾਈ ਸੀ ਉਹਦੇ ਵਿੱਚ ਮੈਂ ਐਨਾਲਿਸਿਸ ਕੀਤਾ ਸੀ ਪਿਛਲੇ 5 ਸਾਲ ਦੇ ਪੇਪਰਾਂ ਦਾ। 2000 ਮੇਰੇ ਖਿਆਲ ਨਾਲ 17 ਜਾਂ 16 ਤੋਂ ਲੈ ਕੇ ਮੇਰੇ ਖਿਆਲ ਨਾਲ 20 ਤੱਕ, 2020 ਤੱਕ ਮੈਂ ਕੀਤਾ ਸੀ ਜਾਂ ਤੇ ਆ ਹੁਣ ਰਹਿ ਗਏ ਨੇ ਜੀ 2021 ਤੇ 2022 ਦੇ ਐਗਜ਼ਾਮਸ। ਠੀਕ ਹੈ, ਉਹਨਾਂ ਦੇ ਪੇਪਰ ਦਾ ਐਨਾਲਿਸਿਸ ਰਹਿ ਗਿਆ ਹੈ। 2022 ਨੂੰ ਪਹਿਲੇ ਵੇਖਨੇ ਆ, ਫਿਰ ਇਹਨਾਂ ਦਾ ਕੰਪੈਰੀਜ਼ਨ ਵੀ ਕਰਾਂਗੀ, ਉਹ ਨੈਕਸਟ ਵੀਡੀਓ 'ਚ ਕਰਾਂਗੀ। ਇਸ ਵੀਡੀਓ 'ਚ ਅਸੀਂ ਸਿਰਫ ਵੇਖਾਂਗੇ ਕਿ ਜੋ 2022 ਦਾ ਪੇਪਰ ਕਿਵੇਂ ਆਇਆ ਸੀ, ਕਿਹੜੀਆਂ ਗੱਲਾਂ ਸਨ, ਕਿਹੜੀ ਚੀਜ਼ ਮੁਖਤਲਿਫ ਹੋ ਗਈ ਹੈ ਤੇ ਹੁਣ ਟ੍ਰੈਂਡ ਕਿਵੇਂ ਜਾ ਰਿਹਾ ਹੈ। ਨਾਲ ਨਾਲ ਮੈਂ ਤੁਹਾਨੂੰ ਚੀਜ਼ਾਂ ਦੱਸਦੀ ਰਵਾਂਗੀ ਕਿ ਟ੍ਰੈਂਡ ਹੁਣ ਕਿਵੇਂ ਬਦਲ ਰਿਹਾ ਹੈ। ਹੁਣ ਪੇਪਰ ਜਦੋਂ ਆਵੇਗਾ, ਕੋਈ ਸਵਾਲ ਆਵੇਗਾ ਤੇ ਹੁਣ ਸਾਨੂੰ ਮਾਈਂਡ ਵਿੱਚ ਕਿਹੜੀਆਂ ਗੱਲਾਂ ਨੂੰ ਮੱਦੇਨਜ਼ਰ ਰੱਖ ਕੇ ਪੇਪਰ ਕਰਨਾ ਪਏਗਾ। ਠੀਕ ਹੈ, ਕਿਉਂਕਿ 2016 ਦਾ ਅਸੀਂ ਪੇਪਰ ਜੇ ਵੇਖੀਏ ਤੇ ਉਹਦੇ ਵਿੱਚ ਬਹੁਤ ਮੁਖਤਲਿਫ ਚੀਜ਼ਾਂ ਨੇ, ਸਿੰਪਲ ਤੇ ਸੌਖੀਆਂ ਚੀਜ਼ਾਂ ਨੇ, ਇੱਕ ਇੱਕ ਐਕਸਪਲੇਨੇਸ਼ਨ ਜਾਂ ਵੇਰਵਾ ਜਾਂ ਰੋਸ਼ਨੀ ਪਾਉਣ ਨਾਲ ਦੇ ਸਵਾਲ ਨੇ ਕਿ ਜੀ ਇੱਕ ਇੱਕ ਸ਼ਾਇਰ ਦੀ ਗੱਲ ਕੀਤੀ ਗਈ ਹੈ, ਉਹਦੇ ਬਾਰੇ ਚ ਉਹਦੀ ਇੱਕ ਸੋਚ ਨੂੰ ਫੜ ਕੇ ਤੁਸੀਂ 16 ਨੰਬਰ ਦਾ ਸਵਾਲ ਕਰਦੇ ਨੇ। ਠੀਕ ਹੈ, ਹੁਣ ਅਸੀਂ ਵੇਖ ਰਹੇ ਹਾਂ ਕਿ 2022 ਵਿੱਚ ਕਿਹੜੀਆਂ ਤਬਦੀਲੀਆਂ ਆਈਆਂ ਨੇ। ਠੀਕ ਹੈ, ਇਹਦੇ ਵਿੱਚ ਕਿਹੜੀਆਂ ਗੱਲਾਂ ਨੇ ਜੀ। ਪਹਿਲਾਂ ਤੇ ਤੁਸੀਂ ਵੇਖੋ ਕਿ ਜਿਹੜੇ ਨਾਰਮਲੀ ਸਾਨੂੰ ਸਵਾਲ ਆਉਂਦੇ ਸਨ, ਉਹ ਆਂਦਾ ਸੀ ਜੀ, ਇੱਕ ਸਾਨੂੰ ਸਵਾਲ ਆਂਦਾ ਸੀ ਇੱਕ ਸ਼ਾਇਰ ਦੇ ਉੱਤੇ। ਠੀਕ ਹੈ, ਇਸ ਵਾਰੀ ਕੀ ਹੋਇਆ, ਪਹਿਲਾ ਸਵਾਲ ਹੀ ਤੁਸੀਂ ਵੇਖੋ, ਸਾਡੇ ਕੋਲ ਸਵਾਲ ਨੰਬਰ 2 ਹੈ, ਉਹਦੇ ਵਿੱਚ ਕੀ ਆਇਆ। ਪਹਿਲਾਂ ਤੇ ਤੁਸੀਂ ਇਹਦੇ ਵਿੱਚ 5 ਸਵਾਲ ਕਰਨੇ ਨੇ। ਅੱਛਾ, ਮੈਂ ਕਿਉਂ ਉਹੋ ਜਿਹੀਆਂ ਗੱਲਾਂ ਦੱਸ ਰਹੀ ਹਾਂ ਨੇ ਜਿਹੜੇ ਵੈਰੀ ਕਾਮਨ ਨੇ ਪਰ ਸਾਡੇ ਵਾਸਤੇ ਕਾਮਨ ਨੇ, ਜਿਹੜੇ ਲੋਕ ਅਟੈਂਪਟ ਕਰ ਚੁੱਕੇ ਨੇ ਜਾਂ ਉਹ ਆਲਰੇਡੀ ਪੜ੍ਹਾਈ ਕਰ ਚੁੱਕੇ ਨੇ ਤੇ ਉਹਨਾਂ ਨੂੰ ਬੇਸਿਕਸ ਪਤਾ ਨੇ। ਪਰ ਉਹ ਸਟੂਡੈਂਟਸ ਜਿਨ੍ਹਾਂ ਨੂੰ ਬੇਸਿਕਸ ਨਹੀਂ ਪਤਾ, ਜਿਹੜੇ ਐਸਪੀਰੈਂਟਸ ਨੇ, ਜਿਹੜੇ ਇਨ ਫਿਊਚਰ CSS ਨੂੰ ਆਪਟ ਕਰਨਾ ਚਾਹੁੰਦੇ ਨੇ, ਉਹਨਾਂ ਦੇ ਵਾਸਤੇ ਇਹ ਗੱਲਾਂ ਡੈਫੀਨਿਟਲੀ ਨਿਊ ਨੇ। ਸਾਡੇ ਵਾਸਤੇ ਤੇ ਪੁਰਾਣੀਆਂ ਹੋ ਚੁੱਕੀਆਂ ਨੇ, ਪਰ ਉਹਨਾਂ ਬੱਚਿਆਂ ਵਾਸਤੇ ਗੱਲਾਂ ਬਹੁਤ ਨਿਊ ਨੇ ਕਿ ਜੀ ਪੰਜਾਬੀ ਦਾ ਪੇਪਰ ਇੱਕ ਵਾਹਿਦ ਪੇਪਰ ਹੁੰਦਾ ਹੈ ਜਿਹਦੇ ਵਿੱਚ ਸਾਨੂੰ 5 ਸਵਾਲ ਕਰਨੇ ਪੈਂਦੇ ਨੇ। ਬਾਕੀ ਪੇਪਰਾਂ ਵਿੱਚ ਸਾਨੂੰ 4 ਸਵਾਲ ਕਰਨੇ ਪੈਂਦੇ ਨੇ ਕਿਉਂਕਿ ਉਹ 20 ਨੰਬਰ ਦਾ ਸਵਾਲ ਹੁੰਦਾ। ਪਰ ਇਹ ਪੇਪਰ ਪੰਜਾਬੀ ਦਾ, ਇਹਦੇ ਵਿੱਚ 5 ਸਵਾਲ ਕਰਨੇ ਪੈਂਦੇ ਨੇ ਕਿਉਂਕਿ ਇਹ ਇੱਕ ਸਵਾਲ 16 ਨੰਬਰ ਦਾ ਹੁੰਦਾ। ਠੀਕ ਹੈ, ਹੁਣ ਵੇਖੋ 16 ਨੰਬਰ ਦਾ ਤੁਹਾਡੇ ਉੱਤੇ ਸਵਾਲ ਆ ਗਿਆ ਹੈ। ਉਹਦੇ ਵਿੱਚ ਸਵਾਲ ਹੈ ਜੀ, 18ਵੀਂ ਸਦੀ ਦੇ ਸਿਆਸੀ ਹਾਲਾਤ ਨੇ ਬੁੱਲੇ ਸ਼ਾਹ ਤੇ ਸੁਲਤਾਨ ਬਾਹੂ ਦੀ ਫਿਕਰ ਨੂੰ ਕਿਵੇਂ ਮੁਤਾਸਿਰ ਕੀਤਾ। ਤੁਸੀਂ ਇਹ ਜਿਹੜਾ ਨਾਰਮਲ ਇੱਕ ਜੈਨਰਿਕ ਓਵਰਵਿਊ ਹੋ ਸਕਦਾ ਹੈ ਕਿ ਤੁਸੀਂ ਦੋ ਯਾਨੀ ਕਿ 2 ਹਸਤੀਆਂ ਨੂੰ, 2 ਸ਼ਾਇਰਾਂ ਨੂੰ ਤੁਸੀਂ ਉਹਨਾਂ ਦੇ ਗੱਲ ਕਰਨੀ ਹੈ ਕਿ ਜੀ ਹੋ ਗਿਆ ਬੁੱਲੇ ਸ਼ਾਹ, ਇੱਕ ਹੋ ਗਿਆ ਜੀ ਸੁਲਤਾਨ ਬਾਹੂ। ਠੀਕ ਹੈ, which means ਕਿ 8 ਨੰਬਰ ਦਾ ਸੁਲਤਾਨ ਬਾਹੂ ਦਾ ਦੱਸ ਦੇਣਾ, 8 ਨੰਬਰ ਦਾ ਬੁੱਲੇ ਸ਼ਾਹ ਦੇ ਬਾਰੇ ਉੱਤੇ ਗੱਲ ਕਰ ਦੇਣੀ। 18ਵੀਂ ਸਦੀ ਦੀ ਗੱਲ ਕਰਨੀ ਹੈ ਤੇ ਉਹ 18ਵੀਂ ਸਦੀ ਵੀ ਸਪੈਸੀਫਿਕਲੀ ਕਿਹੜੇ ਸਿਆਸੀ ਹਾਲਾਤ, ਸਿਆਸੀ ਹਾਲਾਤ ਕੀ ਹੁੰਦੇ ਨੇ ਜੀ, ਪੋਲੀਟੀਕਲ ਇਰਾ ਉਸ ਵੇਲੇ ਦਾ, ਯਾਨੀ ਕਿ 18th ਸੈਂਚੁਰੀ ਦਾ ਪੋਲੀਟੀਕਲ ਇਰਾ ਕੀ ਸੀ, 1700 till 1800 ਪੋਲੀਟੀਕਲ ਇਰਾ ਕੀ ਸੀ, ਕਿਹੜੀਆਂ ਤਬਦੀਲੀਆਂ ਆ ਰਹੀਆਂ ਸਨ। ਡੈਫੀਨੇਟਲੀ ਜੇ ਤੁਸੀਂ ਪਾਕਿਸਤਾਨ ਸਟੱਡੀਜ਼ ਤੁਸੀਂ ਪੜ੍ਹੀ ਹੋਈ ਹੈ, ਸਭ ਨੇ ਪੜ੍ਹੀ ਹੋਈ ਹੈ, ਬਚਪਨ ਤੋਂ ਪੜ੍ਹਦੇ ਆਉਂਦੇ ਹਾਂ ਅਸੀਂ, ਤੇ ਇਹਦੇ ਵਿੱਚ CSS ਵਿੱਚ ਤੇ ਇੱਕ ਕੰਪਲਸਰੀ ਸਬਜੈਕਟ ਹੈ ਪਾਕਿਸਤਾਨ ਸਟੱਡੀਜ਼ ਦਾ, ਜਿਸ ਅਸੀਂ ਸਭ ਨੇ, ਸਾਰਿਆਂ ਨੇ ਪੜ੍ਹੀ ਹੋਈ ਹੈ। ਸਾਰਿਆਂ ਨੂੰ ਪਤਾ ਹੈ ਕਿ 1700 ਤੋਂ ਲੈ ਕੇ 1800 ਤੋਂ, which is like 18th century, ਉਸ ਵੇਲੇ ਕਿਹੜੀਆਂ ਤਬਦੀਲੀਆਂ ਆਈਆਂ ਨੇ ਇੰਡੀਅਨ ਸਬਕੰਟੀਨੈਂਟ ਵਿੱਚ। ਠੀਕ ਹੈ, ਕਿਹੜੀਆਂ ਜੰਗਾਂ ਹੋਈਆਂ ਨੇ,
ਕਿਹੜੇ ਹਾਲਾਤ ਰਹੇ ਨੇ, ਇਹ ਤੁਹਾਨੂੰ ਕਿਵੇਂ ਪਤਾ ਲੱਗੇਗਾ? ਜਦੋਂ ਤੁਸੀਂ ਪੜੋਗੇ ਪਾਕਿਸਤਾਨ ਸਟੱਡੀਜ਼ ਦਾ ਸਬਜੈਕਟ। ਪੰਜਾਬੀ ਦਾ ਸਬਜੈਕਟ ਮੈਂ ਤੁਹਾਨੂੰ ਕਿਉਂ ਕਹਿੰਦੀ ਆ ਤੁਸੀਂ ਰੱਖੋ, ਇੱਕ ਤੇ ਈਜ਼ੀ, ਹੁਣ ਥੋੜਾ ਥੋੜਾ ਔਖਾ ਹੋ ਰਿਹਾ, ਇਹ ਗੱਲ ਵੀ ਮਾਈਂਡ ਵਿੱਚ ਰੱਖਣੀ ਤੁਸੀਂ, ਹੁਣ ਥੋੜਾ ਥੋੜਾ ਔਖਾ ਹੋ ਰਿਹਾ ਕਿਉਂਕਿ ਬਹੁਤ ਸਾਰੇ ਲੋਕ ਪੰਜਾਬੀ ਰੱਖਣਾ ਸ਼ੁਰੂ ਹੋ ਗਏ ਨੇ, ਇਹ ਟ੍ਰੈਂਡ ਡਿਵੈਲਪ ਹੋ ਰਿਹਾ। ਫਿਲਾਸਫੀ ਦਾ ਤੁਸੀਂ ਪੇਪਰ ਵੇਖ ਲਓ, ਔਖਾ ਹੈ ਕੰਪੈਰੀਟਿਵਲੀ ਪੁਰਾਣੇ ਪੇਪਰਾਂ ਤੋਂ, ਕਿਉਂਕਿ ਜਿਹੜੀ ਸੈਚੂਰੇਸ਼ਨ ਡਿਵੈਲਪ ਹੋ ਰਹੀ ਹੈ ਹੁਣ ਫਿਲਾਸਫੀ ਵਿੱਚ ਵੀ ਹੋ ਰਹੀ, ਪੰਜਾਬੀ ਵਿੱਚ ਤੇ ਆਲਰੇਡੀ ਬੜੀ ਸੈਚੂਰੇਸ਼ਨ ਹੈ। ਨਾ ਸਿਰਫ ਇਹ ਪੰਜਾਬੀ ਦੇ ਬੱਚੇ ਜਿਹੜੇ ਪੰਜਾਬ ਵਿੱਚ ਪੈਦਾ ਹੁੰਦੇ ਨੇ, ਜਾਂ ਉਹ ਲੋਕ ਜਿਨ੍ਹਾਂ ਦੀ ਲੈਂਗੁਏਜ ਪੰਜਾਬੀ ਹੁੰਦੀ, ਨਾ ਸਿਰਫ ਇਹ ਪੇਪਰ ਉਹ ਰੱਖਦੇ ਨੇ, ਬਲਕਿ ਮੈਂ ਕਾਫੀ ਲੋਕਾਂ ਨੂੰ ਵੀ ਦੇਖਿਆ ਜਿਹੜਾ ਸਿੰਧੀ ਬੋਲਣ ਵਾਲੇ ਨੇ, ਬਲੋਚੀ ਬੋਲਣ ਵਾਲੇ, ਉਹ ਵੀ ਪੰਜਾਬੀ ਦਾ ਪੇਪਰ ਰੱਖ ਲੈਂਦੇ, ਕਿਉਂਕਿ ਪੰਜਾਬੀ ਇਜ਼ ਕੰਪੈਰੀਟਿਵਲੀ ਸੌਖੀ ਫਰੋਮ ਅਦਰ ਲੈਂਗੁਏजेस। ਸੋ ਖੈਰ ਉਹ ਅਲੱਗ ਗੱਲ ਹੈ। ਅੱਛਾ, ਇਹਦੇ ਵਿੱਚ ਕੀ ਹੈ, ਹੁਣ ਤੁਸੀਂ ਪੇਪਰ ਨੂੰ ਦੇਖੋ, ਤੁਹਾਡੇ ਕੋਲ ਇੱਕ ਸਵਾਲ ਆਇਆ, ਪਾਕਿਸਤਾਨ ਸਟੱਡੀ ਦਾ ਸਵਾਲ ਹੈ, ਠੀਕ ਹੈ, ਮਾਈਂਡ ਵਿੱਚ ਕੀ ਰੱਖਣਾ, ਪਾਕਿਸਤਾਨ ਸਟੱਡੀ ਦਾ ਸਵਾਲ ਹੈ, ਕਿਉਂ? ਕਿਉਂਕਿ 18ਵੀਂ ਸਦੀ ਦੇ ਸਿਆਸੀ ਹਾਲਾਤ ਜਿਹੜੇ ਨਾ, ਉਹ ਤੁਹਾਨੂੰ ਪਾਕਿਸਤਾਨ ਸਟੱਡੀਜ਼ ਦੱਸੇਗੀ। ਪੰਜਾਬ ਦਾ ਐਗਜ਼ੈਕਟਲੀ ਪੰਜਾਬ ਦਾ ਕੀ ਹਾਲ ਰਿਹਾ, ਇੰਡੀਅਨ ਸਬ ਕੰਟੀਨੈਂਟ ਦਾ ਕੀ ਹਾਲ ਹੈ, ਉਹ ਕੰਪੈਰੀਟਿਵ ਤੁਸੀਂ ਬਿਗਰ ਪਿਕਚਰ ਨੂੰ ਵੇਖ ਕੇ ਤੇ ਤੁਸੀਂ ਉਹਨੂੰ ਕੱਟ ਡਾਊਨ ਕਰਕੇ, ਨੈਰੋ ਡਾਊਨ ਕਰਕੇ ਤੇ ਤੁਸੀਂ ਪੰਜਾਬ ਤੋਂ ਲੈ ਕੇ ਆ ਸਕਦੇ ਹੋ, ਠੀਕ ਹੈ। ਔਰੰਗਜ਼ੇਬ ਦਾ era ਸੀ, ਉਹ ਮਰਹਟਿਆਂ ਦੀ ਲੜਾਈ ਸੀ, ਠੀਕ ਹੈ, ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ, ਇਹ ਜਿਹੜੀ ਹਸਤੀਆਂ ਨੇ ਜਿਨ੍ਹਾਂ ਦੇ ਮੈਂ ਨਾਂ ਲਿੱਤੇ ਨੇ, ਅਸੀਂ ਪਾਕਿਸਤਾਨ ਸਟੱਡੀ ਵਿੱਚ ਪੜ੍ਹੇ ਹਨ, ਤੇ ਸਾਨੂੰ ਇਹਦਾ ਬਿਹਤਰੀਨ ਆਈਡੀਆ ਜਿਹੜਾ ਪਾਕਿਸਤਾਨ ਸਟੱਡੀ ਤੋਂ ਆਏਗਾ, ਠੀਕ ਹੈ। ਹੁਣ ਇਹਦੇ ਉੱਤੇ ਉਸ ਵੇਲੇ ਡੈਫੀਨੇਟਲੀ, ਕਿਉਂਕਿ ਮੈਂ ਤੁਹਾਨੂੰ ਸਾਥ ਨਾਲ ਦੱਸਦੀ ਜਾਂਦੀ ਹਾਂ ਕਿ ਜਿਵੇਂ ਜਿਵੇਂ ਵਕਤ ਹਾਲਾਤ ਗੁਜ਼ਰੇ ਨਾ, ਸ਼ਾਇਰ ਬੜਾ ਹਸਾਸ ਹੁੰਦਾ ਹੈ, ਠੀਕ ਹੈ, ਤੇ ਮਾਹੌਲ ਦੀ ਤਬਦੀਲੀ ਦਾ ਬਹੁਤ ਅਸਰ ਹੁੰਦਾ ਸ਼ਾਇਰ ਦੇ ਸ਼ਾਇਰੀ ਉੱਤੇ, ਤੇ ਬੁੱਲੇ ਸ਼ਾਹ ਤੇ ਸੁਲਤਾਨ ਬਾਹੂ ਦੀ ਸ਼ਾਇਰੀ ਉੱਤੇ ਵੀ ਹਾਲਾਤ ਦਾ ਬਹੁਤ ਅਸਰ ਹੈ। ਅੱਛਾ, ਹੁਣ ਤੁਹਾਨੂੰ ਦੋ ਕਿਤਾਬਾਂ ਇਹਦੇ ਨਾਲ ਜਿਹੜੀਆਂ ਨੇ ਨਾ ਹੈਲਪ ਆਊਟ ਕਰ ਸਕਦੀਆਂ ਨੇ, ਕਿਹੜੀਆਂ ਨੇ? ਇੱਕ ਤੇ ਜੀ ਹੋ ਗਈ ਤੁਸੀਂ ਨਾਰਮਲ ਜਿਹੜੀ ਪੰਜਾਬੀ CSS ਦੀ ਪੜ੍ਹਦੇ ਹੋ, ਠੀਕ ਹੈ, ਕਿਉਂਕਿ ਹੁਣ PMS ਵਿੱਚ ਵੀ ਪੰਜਾਬੀ ਤੁਸੀਂ ਲੈਂਦੇ ਹੋ, ਤੇ ਡੈਫੀਨੇਟਲੀ ਜੇ ਤੁਸੀਂ CSS ਵਿੱਚ ਪ੍ਰਪੇਅਰ ਕਰ ਰਹੇ ਹੋ ਤੇ ਤੁਹਾਨੂੰ ਸੌਖਾ ਹੋਏਗਾ PMS ਵਿੱਚ ਵੀ ਉਹਨੂੰ ਪ੍ਰਪੇਅਰ ਕਰਨਾ। ਥੋੜਾ ਜਿਹਾ ਲੰਮਾ ਹੁੰਦਾ ਟੌਪਿਕ, ਪਰ ਈਜ਼ੀ ਹੈ, ਠੀਕ ਹੈ। PMS ਦੀ ਕਿਤਾਬ ਹੁੰਦੀ ਹੈ ਜੀ ਨਾਰਮਲੀ ਅਦਬੀ ਪੈਂਡੇ, ਉਹ ਕਿਤਾਬ ਹੈ, ਠੀਕ ਹੈ, ਉਹਦੇ ਵਿੱਚ ਵੀ ਜਿਹੜੇ ਕਲਾਸਿਕੀ ਸ਼ਾਇਰ ਨੇ ਉਹ ਤੇ CSS ਵਿੱਚ ਜਿਹੜੇ ਕਲਾਸਿਕੀ ਸ਼ਾਇਰ ਨੇ ਸੇਮ ਨੇ, ਠੀਕ ਹੈ। ਤੇ ਜਦੋਂ ਤੁਸੀਂ ਇੱਕ ਸ਼ਾਇਰ ਨੂੰ ਪ੍ਰਪੇਅਰ ਕਰੋਗੇ, ਤੁਹਾਡੇ ਦੋਵੇਂ ਸਬਜੈਕਟਸ ਕਵਰ ਹੋ ਜਾਣਗੇ। ਹੁਣ ਦੇਖੋ, ਦੁਨੀਆ ਦੀ ਨਫ਼ਰਤ, ਅੱਛਾ ਕਨਫਿਊਜ਼ ਨਹੀਂ ਹੋਣਾ ਕਿ ਸਿਆਸੀ ਹਾਲਾਤ ਨੂੰ ਕਿਵੇਂ ਅਸੀਂ ਦੱਸੀਏ, ਅਸੀਂ ਤੇ ਪੜ੍ਹੇ ਕੁਝ ਨਹੀਂ। ਔਰ ਹੁਣ ਇਹਨੂੰ ਵੇਖੋ, ਦੇਖੋ ਇਹ ਜਿਹੜੇ ਨਾ ਸੂਫੀ ਸ਼ਾਇਰ ਨੇ, ਸੂਫੀ ਸ਼ਾਇਰ ਦਾ ਕੀ ਮਕਸਦ ਹੁੰਦਾ ਹੈ, ਉਹ ਤੁਹਾਨੂੰ ਦੁਨੀਆ ਤੇ ਰਹਿਣ ਵਾਲੀਆਂ ਗੱਲਾਂ ਨਹੀਂ ਦੱਸਦਾ, ਉਹ ਤੁਹਾਨੂੰ ਦੁਨੀਆ ਤੋਂ ਨਫ਼ਰਤ ਕਰਨਾ ਜਾਂ ਦੁਨੀਆ ਦੀ ਬੇਸਬਾਤੀ ਨੂੰ ਦੱਸਦਾ ਹੈ, ਠੀਕ ਹੈ। ਤੇ ਦੁਨੀਆ ਦੀ ਬੇਸਬਾਤੀ ਅਸੀਂ ਆਲਰੇਡੀ ਇਹਨਾਂ ਦੋਨਾਂ ਸ਼ਾਇਰਾਂ ਵਿੱਚੋਂ ਪੜ੍ਹ ਚੁੱਕੇ ਹਾਂ ਕਿ ਇਹਨਾਂ ਦੀ ਸ਼ਾਇਰੀ, ਇਹ ਕਿਸ ਤਰ੍ਹਾਂ ਅੱਲਾ ਵਾਲੀਆਂ ਗੱਲਾਂ ਕਰਦੇ ਨੇ, ਇਹ ਦੁਨੀਆਦਾਰੀਆਂ ਦੀ ਗੱਲਾਂ ਨਹੀਂ ਕਰਦੇ, ਤੇ ਇਹਨਾਂ ਨੂੰ ਲੋਕੀ ਕਿਹੜੇ ਨਾ ਧੋਖੇਬਾਜ਼, ਫਰਾਡ, ਠੱਗ, ਇਹੋ ਜਿਹੇ ਲੋਕ ਲੱਗਣੇ, ਇਹਨਾਂ ਨੂੰ ਦੁਨੀਆ ਹੀ ਇੱਕ ਖੇਲ ਤਮਾਸ਼ਾ ਲੱਗਦੀ ਹੈ, ਠੀਕ ਹੈ। ਤੇ ਕਦੇ ਵੀ ਇਹੋ ਜਿਹੀਆਂ ਗੱਲਾਂ ਨਹੀਂ ਕਰਨਗੇ ਕਿ ਜੀ ਤੁਸੀਂ ਦੁਨੀਆ ਵਿੱਚ ਰਹੋ ਤੇ ਦੁਨੀਆ 'ਚ ਦਿਲ ਲਾਓ, ਨਹੀਂ, ਅੱਲਾ ਰਸੂਲ ਦੇ ਨਾਲ ਦਿਲ ਲਾਉਣ ਦੀਆਂ ਗੱਲਾਂ ਕਰਨਗੇ। ਤੇ ਇੰਟਰੋ ਦੇਣਾ ਪਹਿਲਾਂ ਤੁਸੀਂ, ਠੀਕ ਹੈ, ਜਿਹੜੀ ਹੁੰਦੀ ਹੈ ਜੀ ਫਰਸਟ ਜਿਹੜੀ ਹੈਡਿੰਗ ਹੁੰਦੀ ਹੈ, ਫਰਸਟ ਜਿਹੜੀ ਹੈਡਿੰਗ ਹੁੰਦੀ ਹੈ ਜੀ ਚੜ੍ਹਦੀ ਗੱਲ। ਚੜ੍ਹਦੀ ਗੱਲ ਵਿੱਚ ਅਸੀਂ ਥੋੜਾ ਜਿਹਾ ਐਕਸਪਲੇਨ ਕਰਾਂਗੇ ਕਿ ਮਾਹੌਲ ਬਣਾਉਣਾ ਸੀ, ਠੀਕ ਹੈ। ਸਵਾਲ ਨੂੰ ਅਸੀਂ ਇੱਕ ਕਲਾਈਮੈਕਸ ਉੱਤੇ ਲੈ ਕੇ ਜਾ ਰਹੇ ਹਾਂ, ਇੰਟਰੋਡਕਸ਼ਨ ਹੈ, ਐਬਸਟਰੈਕਟ ਹੈ ਇਹਦਾ, ਠੀਕ ਹੈ। ਉਹ ਸਾਰੀਆਂ ਗੱਲਾਂ ਅਸੀਂ ਪਹਿਲੇ ਪੈਰਾਗ੍ਰਾਫ ਵਿੱਚ ਕਰਾਂਗੇ, ਠੀਕ ਹੈ। ਪਹਿਲਾ ਪੈਰਾਗ੍ਰਾਫ ਜਿਹੜਾ ਹੋਗਾ, ਅੱਧੇ ਫਰਸਟ ਪੇਜ ਦਾ ਅੱਧਾ ਪੇਜ ਹੋ ਸਕਦਾ ਹੈ, ਅੱਧੇ ਤੋਂ ਥੋੜਾ ਜਿਹਾ ਜ਼ਿਆਦਾ ਹੋ ਸਕਦਾ ਹੈ, ਉਹੋ ਜਿਹੀਆਂ ਗੱਲਾਂ ਕਰ। ਅੱਛਾ, ਉਹਦੇ ਵਿੱਚ ਅਸੀਂ ਦੱਸਣਾ ਜੀ 18ਵੀਂ ਸਦੀ 'ਚ ਕਿਹੜੇ ਹਾਲਾਤ ਰਹੇ ਨੇ ਔਰੰਗਜ਼ੇਬ ਤੋਂ ਲੈ ਕੇ ਪਾਕਿਸਤਾਨ। ਗੋ ਟੂ ਦ ਪਾਕਿਸਤਾਨ ਸਟੱਡੀਜ਼ ਬੁੱਕ, ਉੱਥੋਂ ਪੜ੍ਹੋ, ਤੁਹਾਨੂੰ ਉੱਥੋਂ ਪਤਾ ਲੱਗ ਜਾਏਗਾ ਕਿ ਤੁਸੀਂ ਕਿਸ ਤਰ੍ਹਾਂ ਇਹਦੇ ਵਿੱਚ ਗੱਲਾਂ ਪਾਉਣੀਆਂ ਨੇ, ਠੀਕ ਹੈ। ਫਿਰ ਇਹਦੇ ਵਿੱਚ ਜਿਹੜਾ ਨਾ ਔਰੰਗਜ਼ੇਬ ਦੀ ਵਫਾਤ ਹੋਈ, ਠੀਕ ਹੈ, ਪੰਜਾਬ ਤੇ ਦੋ ਸੂਬੇ ਹੋਏ, ਦੋ ਸੂਬੇ ਜਿਹੜੇ ਕਿਹੜੇ, ਲਾਹੌਰ ਤੇ ਮੁਲਤਾਨ, ਉੱਥੇ 6 ਸਰਕਾਰਾਂ ਸਨ, ਠੀਕ ਹੈ।
ਜਦੋਂ 1712 ਵਿੱਚ ਬਹਾਦਰ ਸ਼ਾਹ ਲਾਹੌਰ ਅੰਦਰ ਫੌਤ ਹੋਇਆ ਤੇ ਮੁਗਲਾਂ ਵਿਚਕਾਰ ਜਿਹੜੀ ਹੈ ਜੰਗ ਸ਼ੁਰੂ ਹੋਈ ਤੇ ਸਿੱਖ ਸ਼ਰਪਸੰਦ ਬਹਾਦਰ ਦੇ ਹੱਥ ਇਸ ਨੂੰ ਵੇਖ ਕੇ ਮਜ਼ਬੂਤ ਹੋ ਗਏ ਸਨ ਤੇ ਮੁਗਲਿਆ ਖਾਨਦਾਨ ਦੇ ਹੱਥ ਵਿੱਚ ਕਠਪੁਤਲੀ ਬਣ ਗਿਆ। ਠੀਕ ਹੈ, ਇਸ ਤਰ੍ਹਾਂ ਦੀਆਂ ਗੱਲਾਂ ਨੇ। ਮੁਗਲ ਇਰਾਕ ਕਿਹੜਾ ਸੀ, ਬਹਾਦਰ ਸ਼ਾਹ ਜ਼ਫਰ ਦੇ ਨਾਲ ਕੀ ਹੋਇਆ, ਕਿਹੜੇ ਲੋਕ ਆਪਸ ਵਿੱਚ ਰਲ ਮਿਲ ਗਏ ਤੇ ਮੁਸਲਮਾਨਾਂ ਦੇ ਖਿਲਾਫ ਹੋ ਗਏ ਤੇ ਮੁਸਲਮਾਨ ਹੀ ਮੁਸਲਮਾਨ ਦੀ ਜੜ ਕੱਟਦਾ ਰਿਹਾ, ਹਿੰਦੂਆਂ ਨੇ ਕੀ ਕੀਤਾ, ਸਿੱਖਾਂ ਨੇ ਕੀ ਕੀਤਾ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਤੁਸੀਂ ਦੱਸਣੀਆਂ ਨੇ। ਫਿਰ ਡੈਫੀਨੇਟਲੀ ਅੱਛਾ ਬੁੱਲੇ ਸ਼ਾਹ ਦੇ ਕੰਟੈਕਸਟ ਵਿੱਚ ਤੇ ਗੱਲ ਹੁੰਦੀ ਬਿਕਾਜ਼ ਕਸੂਰ ਉਹਨਾਂ ਦਾ ਸ਼ਹਿਰ ਸੀ ਤੇ ਲਾਹੌਰ ਕਸੂਰ ਦੇ ਕਰੀਬ ਕਰੀਬ ਸੀ ਤੇ ਡੈਫੀਨੇਟਲੀ ਉੱਥੋਂ ਜ਼ਿਆਦਾ ਉਹਨਾਂ ਨੂੰ ਅਸਰ ਹੋਇਆ। ਠੀਕ ਹੈ, ਮਰਹਟਿਆਂ ਬੰਗਾਲ ਵਿੱਚ ਅੰਗਰੇਜ਼ਾਂ, ਸ਼ਮਾਲੀ ਹਿੰਦੂ ਰਾਜਪੂਤਾਂ ਨੇ, ਪੰਜਾਬ ਵਿੱਚ ਸਿੱਖਾਂ ਨੇ ਬੜਤਾ ਦਿੱਤਾ। ਬਹੁਤ ਸਾਰੀਆਂ ਗੱਲਾਂ ਨੇ ਤੇ ਇਹੋ ਜਿਹੀ ਸਾਰੀਆਂ ਗੱਲਾਂ ਤੁਸੀਂ ਇਹਦੇ 'ਚ ਇੱਕ ਇੰਟਰੋ ਲਿਖਣਾ ਹੈ ਕਿ ਇਸ ਤਰ੍ਹਾਂ ਇਹਨਾਂ ਨੂੰ ਜਿਹੜਾ ਅਫੈਕਟ ਹੋਇਆ ਹੈ ਇਹਨਾਂ ਦੀ ਸ਼ਾਇਰੀ ਨੂੰ ਅਫੈਕਟ ਕਿਵੇਂ ਹੋਇਆ ਕਿ ਜੀ ਦਿਲ ਬਰਦਾਸ਼ਤਾ ਹੋ ਗਏ ਨਾ, ਲੋਕਾਂ ਤੇ ਇਤਬਾਰ ਕਰਨਾ ਤੇ ਕਰਾਣਾ ਛੱਡਤਾ ਹੈ, ਇਹੋ ਜਿਹੀ ਇਫੈਕਟ ਹੋਇਆ। ਠੀਕ ਹੈ, ਫਿਰ ਬੁੱਲੇ ਸ਼ਾਹ ਨੇ ਇੱਕ ਸ਼ੇਰ ਕੀਤਾ। ਅੱਛਾ ਇਸ ਚੜ੍ਹਦੀ ਗੱਲ ਦੇ ਬਾਰੇ ਫਿਰ ਤੁਸੀਂ ਚਾਹੋ ਤੇ ਤੁਸੀਂ ਦੋ ਹੈਡਿੰਗਸ ਸੈਪਰੇਟਲੀ ਦੇ ਕੇ ਨਾ ਸੁਲਤਾਨ ਬਾਹੂ ਤੇ ਬੁੱਲੇ ਸ਼ਾਹ ਦੀ ਗੱਲ ਕਰ ਸਕਦੇ ਹੋ। ਠੀਕ ਹੈ, ਡੈਫੀਨੇਟਲੀ ਅਲੱਗ-ਅਲੱਗ ਹੀ ਕਰੋਗੇ ਕਿਉਂਕਿ ਦੋਨਾਂ ਨੂੰ ਉਹਨਾਂ ਨੇ ਕੀਤਾ ਨਾ, ਤੇ ਸੈਪਰੇਟਲੀ ਤੁਸੀਂ ਹੈਡਿੰਗਸ ਦੇ ਕੇ ਗੱਲ ਕਰੋਗੇ ਤਾਂ ਕਿ ਐਗਜ਼ਾਮੀਨਰ ਨੂੰ ਵੀ ਪਤਾ ਲੱਗੇ ਕਿ ਹਾਂ ਹੁਣ ਬੁੱਲੇ ਸ਼ਾਹ ਦਾ ਟੌਪਿਕ ਸ਼ੁਰੂ ਹੋਇਆ, ਇੱਥੇ ਬੁੱਲੇ ਸ਼ਾਹ ਮੁੱਕ ਗਿਆ, ਇੱਥੋਂ ਸੁਲਤਾਨ ਬਾਹੂ ਸ਼ੁਰੂ ਹੋਇਆ ਤੇ ਇੱਥੇ ਮੁੱਕ ਗਿਆ। ਠੀਕ ਹੈ, ਇਹ ਦੋ ਹੈਡਿੰਗਸ ਦੇ ਕੇ ਫਿਰ ਤੁਸੀਂ ਅਖੀਰਲੀ ਗੱਲ ਕਰਕੇ ਤੇ ਸਵਾਲ ਨੂੰ ਮੁਕਾਓਗੇ। ਅੱਛਾ ਹੁਣ ਇਹ ਵੇਖ ਲਓ, ਇਹ ਹੋ ਗਈ ਚੜ੍ਹਦੀ ਗੱਲ। ਦੂਜਾ ਹੋ ਗਿਆ ਤੁਸੀਂ ਬੁੱਲੇ ਸ਼ਾਹ ਦੀ ਹੈਡਿੰਗ ਦਿੱਤੀ। ਠੀਕ ਹੈ, ਬੁੱਲੇ ਸ਼ਾਹ ਤੇ ਤੀਜੀ ਹੈਡਿੰਗ ਆ ਗਈ ਜੀ ਬਾਹੂ ਦੀ। ਠੀਕ ਹੈ, ਤੇ ਚੌਥੀ ਹੈਡਿੰਗ ਆ ਜਾਂਦੀ ਹੈ ਜੀ ਅਖੀਰਲੀ ਗੱਲ। ਇਹ ਚਾਰ ਹੈਡਿੰਗਸ ਨੇ। ਠੀਕ ਹੈ, ਮੇਨ ਤੁਹਾਡਾ ਕੰਟੈਕਸਟ ਜਿਹੜਾ ਨਾ ਇਹ ਤੁਸੀਂ 8-8 ਨੰਬਰ ਦਾ ਆਪਣੇ ਮਾਈਂਡ ਵਿੱਚ ਰੱਖਣਾ ਹੈ ਕਿ 8-8 ਨੰਬਰ ਵਿੱਚ ਤੁਸੀਂ ਇਹਦੇ ਨਾਲ ਦੋਨਾਂ ਨੂੰ ਕਵਰ ਕਰਨਾ ਹੈ। ਠੀਕ ਹੈ, ਇਹਦੇ ਨਾਲ ਇਹਨਾਂ ਦੀ ਪੋਇਟਰੀ ਵੀ ਡਾਲਣੀ ਹੈ। ਤੁਸੀਂ ਅਦਬੀ ਪੈਂਡੇ ਵੇਖ ਲਓ, ਅਦਬੀ ਪੈਂਡੇ ਵਿੱਚ ਤੁਹਾਨੂੰ ਬਾਹੂ ਦੀ ਪੋਇਟਰੀ ਦੁਨੀਆ ਤੋਂ ਨਫ਼ਰਤ ਲੱਭ ਜਾਏਗਾ। ਠੀਕ ਹੈ, ਦੁਨੀਆ ਤੋਂ ਨਫ਼ਰਤ ਇਹ ਕੀ ਹੈ ਕਿ ਇਸ ਟਾਈਮ ਤੇ ਉਹਨਾਂ ਨੇ ਕਹਿ ਸਕਦੇ ਨਾ ਕਿ ਜੀ there is the time now that was the time ਜਦੋਂ ਉਹਨਾਂ ਦਾ ਦਿਲ ਉੱਠ ਗਿਆ ਜਾਂ ਉਹਨਾਂ ਨੇ ਇੰਨੀ ਕੁ ਖੂਨ ਖਰਾਬਾ ਵੇਖਿਆ ਹੈ ਕਿ ਉਹ ਚਾਹੁੰਦੇ ਨਾ ਆਪਸ ਵਿੱਚ ਲੋਕਾਂ ਦੀ ਮੁਹੱਬਤ ਪੈਦਾ ਹੋਏ, ਲੋਕ ਦੀਨ ਉੱਤੇ ਵਾਪਸ ਆਣ, ਲੋਕ ਅੱਲਾ ਤੇ ਅੱਲਾ ਦੇ ਰਸੂਲ ਦੀ ਰੱਸੀ ਨੂੰ ਫੜ ਲੈਣ ਤੇ ਅੱਲਾ ਦੇ ਰਸਤੇ ਉੱਤੇ ਚੱਲਣ। ਕਿਉਂ ਜੇ ਇਹੋ ਜਿਹਾ ਵਕਤ ਹੈ ਕਿ ਭਰਾ ਦਾ ਜਿਹੜਾ ਦੁਸ਼ਮਣ ਹੈ, ਜਿਹੜਾ ਨਾ ਪਿਓਾਂ ਨੇ ਪੁੱਤਰਾਂ ਨੂੰ ਕੱਟ ਦਿੱਤਾ ਹੈ ਜਾਂ ਜ਼ਿਬਾ ਕਰਤਾ ਹੈ, ਇਹੋ ਜੀ ਉਹਨਾਂ ਨੇ ਪੁੱਤਰਾਂ ਨੇ ਵੀ ਪਿਓਾਂ ਨੂੰ ਜਾਂ ਮਾਂ ਧੀ ਆਪਸ ਵਿੱਚ ਮਤਲਬ ਬਹੁਤ ਹੀ ਖੂਨ ਖਰਾਬਾ ਰਿਹਾ। ਤੁਹਾਨੂੰ ਪਤਾ ਹੈ ਪਾਰਟੀਸ਼ਨ ਦਾ ਟਾਈਮ ਕਿਹੋ ਜਿਹਾ ਸੀ ਤੇ ਉਹ ਸਾਰੀਆਂ ਗੱਲਾਂ ਇਹਦੇ ਵਿੱਚ ਲਿਖਣੀਆਂ। ਇਸ ਤਰ੍ਹਾਂ ਉਹਨਾਂ ਨੇ ਦੁਨੀਆ ਤੋਂ ਨਫ਼ਰਤ ਦੀ ਗੱਲ ਕੀਤੀ। ਸੁਲਤਾਨ ਬਾਹੂ ਕਹਿੰਦੇ ਨੇ ਜੀ ਅੱਧੀ ਲਾਨਤ ਦੁਨੀਆ ਤਾਈਂ ਸਾਰੀ ਦੁਨੀਆਦਾਰਾਂ ਹੂੰ। ਠੀਕ ਹੈ, ਅੱਗੇ ਕਹਿੰਦੇ ਨੇ ਜੀ ਜਿਨ੍ਹਾਂ ਤਰਕ ਦੁਨੀਆ ਦੀ ਕੀਤੀ ਬਾਹੂ ਲੈਸਨ ਬਾਗ ਬਹਾਰਾ ਹੂੰ। ਜਿਨ੍ਹਾਂ ਨੇ ਦੁਨੀਆ ਨੂੰ ਛੱਡਤਾ ਹੈ, ਦੁਨੀਆ ਨੂੰ ਤਰਕ ਕਰਤਾ ਹੈ, ਉਹੀ ਅੱਗੇ ਜਾ ਕੇ ਜੰਨਤ ਜਾਂ ਬਹਾਰਾਂ ਨੂੰ ਪਾਵਣਗੇ। ਇਸੇ ਤਰ੍ਹਾਂ ਬਾਬਾ ਬੁੱਲੇ ਸ਼ਾਹ ਦੀ ਗੱਲ ਕਰੀਏ ਤੇ ਉਹ ਕਹਿੰਦੇ ਨੇ ਜੀ ਦਰ ਖੁੱਲਾ ਹਸ਼ਰ ਅਜ਼ਾਬ ਦਾ, ਬੁਰਾ ਹਾਲ ਹੁਆ ਪੰਜਾਬ ਦਾ, ਡਰ ਹਾਵੇ ਦੋਜ਼ਖ ਸਾੜਿਆ, ਮੂੰਹ 12ਵੀਂ ਸਦੀ ਪਸਾਰਿਆ। ਠੀਕ ਹੈ, ਇਸ ਤਰ੍ਹਾਂ ਇਹਨਾਂ ਦੀਆਂ ਗੱਲਾਂ ਨੇ। ਤੁਸੀਂ ਇਹਨਾਂ ਨੂੰ ਅਦਬੀ ਪੈਂਡੇ ਤੇ ਪੰਜਾਬ ਦੀ ਜਿਹੜੀ ਨਾਰਮਲ ਪੰਜਾਬੀ ਰੰਗ ਨੇ ਇਹਨਾਂ ਦੋ ਕਿਤਾਬਾਂ ਤੋਂ ਇਹਨਾਂ ਦੀ ਸ਼ਾਇਰੀ ਵੇਖ ਸਕਦੇ ਹੋ, ਇਹਨਾਂ ਦੇ ਟੌਪਿਕਸ। ਇੱਕ ਤੁਹਾਨੂੰ ਕੰਟੈਕਸਟ ਮੈਂ ਦੇ ਦਿੱਤਾ ਹੈ। ਠੀਕ ਹੈ, ਹੁਣ ਡੈਫੀਨੇਟਲੀ ਮੈਂ ਤੁਹਾਨੂੰ ਪੜ੍ਹਾ ਨਹੀਂ ਰਹੀ, ਪੜ੍ਹਾ ਮੈਂ ਪਹਿਲੇ ਚੁੱਕੀ ਹਾਂ। ਤੁਸੀਂ ਇਹਨਾਂ ਦੋਵਾਂ ਦੀ ਵੀਡੀਓਜ਼ ਵੇਖ ਸਕਦੇ ਹੋ ਜਿਹਦੇ ਵਿੱਚ ਬਾਬਾ ਬੁੱਲੇ ਸ਼ਾਹ ਦੇ ਸਿਆਸੀ ਸਮਾਜੀ ਜਿਹੜਾ ਰੰਗ ਨੇ ਨਾ ਉਹਦੇ ਉੱਤੇ ਟੌਪਿਕ ਤੇ ਗੱਲ ਹੋ ਚੁੱਕੀ ਹੈ। ਬਾਹੂ ਦੀ, ਸੁਲਤਾਨ ਬਾਹੂ ਦੀ ਉਹਦੇ ਵਿੱਚ ਵੀ ਗੱਲ ਹੋ ਚੁੱਕੀ ਹੈ। ਠੀਕ ਹੈ, ਫਿਰ ਤੁਸੀਂ ਲਾਸਟ ਅਖੀਰਲੀ ਗੱਲ ਕਰਨੀ ਵਿਚ ਇਜ਼ ਕਨਕਲੂਜਨ। ਉਹਦੇ ਵਿੱਚ ਤੁਸੀਂ ਦੱਸਣਾ ਜੀ
ਜਿਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਰਹੇ ਨੇ, ਉਹਨਾਂ ਦਾ ਅਸਰ ਜਿਹੜਾ ਨਾ, ਜਿਸ ਤਰ੍ਹਾਂ ਦੇ ਲੋਕ ਇੱਕ ਦੂਸਰੇ ਨਾਲ ਮਜ਼ਹਬੀ ਤਾਲੁਕ ਵੀ ਖਰਾਬ ਹੋਇਆ, ਸਮਾਜੀ ਤਾਲੁਕ ਵੀ ਖਰਾਬ ਹੋਇਆ, ਕੋਈ ਉਹ ਕਹਿੰਦੇ ਨਾ ਜੀ ਟਰਸਟ ਇਸ਼ੂਜ਼ ਬਹੁਤ ਸਾਰੇ ਸਨ ਉਸ ਵੇਲੇ 'ਚ। ਤੇ ਇਹਨਾਂ ਦੀ ਤਾਲੀਮ ਨੇ, ਇਹਨਾਂ ਦੀਆਂ ਤਬਲੀਗਾਂ ਨੇ ਜਿਹੜਾ ਨਾ ਲੋਕਾਂ ਨੂੰ ਸਿੱਧੇ ਰਾਹ ਉੱਤੇ ਗਾਮਜ਼ਨ ਕੀਤਾ ਹੈ। ਠੀਕ ਹੈ, ਸਾਰੇ ਲੋਕੀ ਗਲਤ ਕੰਮ ਕਰਦੇ ਸਨ, ਪਰ ਇਹਨਾਂ ਨੇ ਆਪਣਾ ਰਸਤਾ ਨਹੀਂ ਛੱਡਿਆ। ਇਹਨਾਂ ਨੇ ਉਹਨਾਂ ਭੈੜਿਆਂ ਲੋਕਾਂ ਨੂੰ ਵੀ, ਉਹਨਾਂ ਭੈੜਿਆਂ ਰਸਤਿਆਂ ਤੇ ਟੁਰਨ ਵਾਲਿਆਂ ਲੋਕਾਂ ਨੂੰ ਵੀ ਸਿੱਧੇ ਰਾਹ ਤੇ ਟੋਰਿਆ। ਠੀਕ ਹੈ, ਤੇ ਇਸ ਤਰ੍ਹਾਂ ਇਹਨਾਂ ਦੀ ਜਿਹੜਾ ਫਿਨੀ ਤੇ ਫਿਕਰੀ ਸੋਚ ਤੇ ਫਰਕ ਤੇ ਪਿਆ ਹੈ। ਇਹਨਾਂ ਨੇ ਵੀ ਉਹਨਾਂ ਦੁੱਖ ਭਰੀ ਸ਼ਾਇਰੀ ਤੇ ਕੀਤੀ ਹੈ, ਪਰ ਇਹਨਾਂ ਨੇ ਆਪਣੀ ਲਾਈਨ ਨਹੀਂ ਛੱਡੀ। ਇਹਨਾਂ ਦੀ ਲਾਈਨ ਜਿਹੜੀ ਸੀ ਨਾ ਕਿ ਅੱਲਾ ਅੱਲਾ ਦੇ ਰਸੂਲ ਉੱਤੇ ਕਾਇਮ ਰਹਿਣਾ ਨਾ, ਇਹਨਾਂ ਨੇ ਆਪਣੇ ਦੀਨ ਨੂੰ, ਆਪਣੇ ਮਜ਼ਹਬ ਨੂੰ ਨਹੀਂ ਛੱਡਿਆ, ਹਾਲਾਤ ਜੋ ਵੀ ਰਹੇ ਸਨ। ਪਰ ਇਹਨਾਂ ਨੇ ਨਾ ਆਪਣੇ ਆਪ ਨੂੰ ਉਸ ਲਾਈਨ ਤੋਂ ਹਟਾਇਆ ਹੈ ਤੇ ਨਾ ਹੀ ਔਰਾਂ ਨੂੰ ਹਟਣ ਦਿੱਤਾ ਹੈ। ਤੇ ਕੋਸ਼ਿਸ਼ ਇਹਨਾਂ ਨੇ ਇਹ ਕੀਤੀ ਹੈ ਕਿ ਜਿਹੜੇ ਲੋਕ ਇਹਨਾਂ ਨਾਲ ਉਹ ਜਿਹੜੇ ਟੈਂਪਰੇਰੀ ਹਟ ਵੀ ਗਏ ਨੇ ਤੇ ਵਾਪਸ ਆਪਣੇ ਸਿੱਧੇ ਰਾਹ ਤੇ ਆ ਜਾਣ। ਨੈਕਸਟ ਹੈ ਜੀ ਬਲਦਾ ਸ਼ਹਿਰ। ਠੀਕ ਹੈ, ਬਲਦਾ ਸ਼ਹਿਰ ਜਿਹੜਾ ਨਾ ਸਿੰਪਲ ਉਹਦੇ ਬਾਰੇ ਗੱਲ ਕੀਤੀ ਹੈ ਜੀ ਹਵਾਲੇ ਨਾਲ ਰਊਫ ਸ਼ੇਖ ਦੀ ਸ਼ਾਇਰੀ ਦਾ ਫਿਕਰੀ ਨਤਾਰਾ ਕਰੋ। ਅੱਛਾ, ਹੁਣ ਤੁਹਾਨੂੰ ਜਦੋਂ ਆਉਂਦਾ ਨਾ ਜੀ ਫਿਕਰੀ ਤੇ ਫਨੀ ਨਤਾਰਾ ਕਰਨ ਦਾ ਸਵਾਲ, ਇਹਦੇ ਵਿੱਚ ਹੁਣ ਤੁਸੀਂ ਕੀ ਦੱਸਣਾ ਹੈ? ਤੁਸੀਂ ਗੱਲ ਕਰੋ ਕਿ ਫਿਕਰੀ ਸੋਚ ਤੇ ਉਹਨਾਂ ਦੀ ਉਹੀ ਹੈ ਨਾ ਕਿ ਜਦੋਂ ਤੁਸੀਂ ਫਿਕਰੀ ਤੇ ਫਨੀ ਖੂਬੀਆਂ ਦੇ ਬਾਰੇ ਗੱਲ ਕਰੋਗੇ, ਉਸ ਤੋਂ ਪਹਿਲੇ ਤੁਸੀਂ ਦੱਸਣਾ ਵੀ ਹੈ, ਇਹੋ ਵੀ ਗੱਲਾਂ ਤੁਹਾਨੂੰ ਦੱਸਣ ਦੀ ਲੋੜ ਹੈ ਕਿ ਬਲਦਾ ਸ਼ਹਿਰ ਜਿਹੜਾ ਹੈ ਉਹਦੀ ਰੂਹ ਕੀ ਹੈ, ਉਹਦਾ ਮਤਲਬ ਕੀ ਹੈ, ਉਹਦਾ ਕੰਟੈਕਸਟ ਕੀ ਹੈ। ਠੀਕ ਹੈ, ਇਸ ਸ਼ਾਇਰੀ ਵਿੱਚ ਰਊਫ ਸ਼ੇਖ ਨੇ ਕੀ ਦੱਸਿਆ। ਠੀਕ ਹੈ, ਪੰਜਾਬੀ ਦੀ ਕਿਤਾਬ ਵਿੱਚ ਜਾਂ ਪੰਜਾਬੀ ਜ਼ੁਬਾਨ ਵਿੱਚ ਬਲਦਾ ਸ਼ਹਿਰ ਦੀ ਕੀ ਸਟੈਂਡਿੰਗ ਹੈ। ਠੀਕ ਹੈ, ਇਹ ਵੀ ਤੁਸੀਂ ਥੋੜੀ ਜੀ ਗੱਲ ਕਰੋਗੇ, ਰਊਫ ਸ਼ੇਖ ਦੀ ਸ਼ਾਇਰੀ ਦਾ ਮੁੱਢ ਥੋੜਾ ਜਿਹਾ ਬਦਲੋਗੇ। ਠੀਕ ਹੈ ਜੀ, ਫਿਰ ਤੁਸੀਂ ਥੋੜਾ ਜਿਹਾ ਇਹਦੇ ਵਿੱਚ ਦੱਸੋਗੇ ਜੀ, ਥੋੜਾ ਜਿਹਾ ਤਾਰੁਫ ਕਰਾ ਦਿਓ ਬਲਦਾ ਸ਼ਹਿਰ ਦਾ। ਠੀਕ ਹੈ, ਜਿਹਦੇ ਵਿੱਚ ਤੁਸੀਂ ਗੱਲਾਂ ਕਰੋਗੇ ਜੀ ਬਲਦਾ ਸ਼ਹਿਰ ਜਿਹੜਾ ਇਹ ਸ਼ਾਇਰੀ ਜਹਾਨ ਤੇ ਜ਼ਾਤ ਦਾ ਰਿਸ਼ਤਾ ਉਹਨੂੰ ਦੱਸਦੀ ਹੈ। ਠੀਕ ਹੈ, ਗਵਾਚੇ ਬੰਦੇ ਦੀ ਭਾਲ ਨੂੰ ਵੀ ਦੱਸਦੀ ਹੈ। ਉਹਦੇ ਉਸ ਤਰ੍ਹਾਂ ਗੱਲਾਂ ਕਰਕੇ ਨਾ ਥੋੜਾ ਜਿਹਾ ਤਾਰੁਫ, ਠੀਕ ਹੈ, ਹਰ ਚੀਜ਼ ਨਹੀਂ ਦੱਸਣੀ, ਥੋੜਾ ਜਿਹਾ 2 4 ਜਾਂ 5 ਹੈਡਿੰਗਸ ਦਿਓ ਉਹਦੇ ਉੱਤੇ, ਜਿਵੇਂ ਗਵਾਚੇ ਬੰਦੇ ਦੀ ਭਾਲ, ਜਹਾਂ ਤੇ ਜ਼ਾਤ ਦਾ ਰਿਸ਼ਤਾ, ਪੇਂਡੂ ਤੇ ਸ਼ਹਿਰੀ ਕਦਰਾਂ ਦਾ ਜ਼ਿਕਰ, ਇਕਲਾਪੇ ਦਾ ਅਹਿਸਾਸ, ਇਸ ਤਰ੍ਹਾਂ ਦੀ ਨਾ ਥੋੜੀ ਜਿਹੀ ਆਪਣੀ ਪਛਾਣ ਦੀ ਗਵਾਚ, ਇਹੋ ਜਿਹੀ ਨਾ ਥੋੜੀਆਂ ਗੱਲਾਂ ਤੁਸੀਂ ਕਰੋਗੇ। ਠੀਕ ਹੈ, ਚੰਦ ਹੈਡਿੰਗਸ, 4-5 ਹੈਡਿੰਗਸ ਉਹਨੂੰ ਪਾਓ। ਫਿਰ ਉਹਨੂੰ ਦੱਸੋ ਕਿ ਹੁਣ ਇਹਨਾਂ ਦੀਆਂ ਫਿਕਰੀ ਤੇ ਫਨੀ ਖੂਬੀਆਂ ਕਿਹੜੀਆਂ ਨੇ। ਠੀਕ ਹੈ, ਇਹ ਹੋ ਗਈ ਕਿਤਾਬ ਦੇ ਬਾਰੇ ਚ, ਇਹਨਾਂ ਦੀ ਸ਼ਾਇਰੀ ਦੇ ਹਵਾਲੇ ਨਾਲ ਗੱਲ ਕੀਤੀ। ਹੁਣ ਤੁਸੀਂ ਦੱਸੋ ਜੀ ਕਲਾਮ ਦੀ ਫਿਕਰੀ ਤੇ ਫਨੀ ਖੂਬੀ ਕਿਹੜੀ ਹੈ। ਖੂਬੀ ਹੈ ਜੀ ਸਨਅਤ ਇਤਜ਼ਾਦ, ਕਿ ਉਹਨਾਂ ਨੇ ਸਨਅਤਾਂ ਦਾ ਇਸਤੇਮਾਲ ਕੀਤਾ ਹੈ। ਠੀਕ ਹੈ, ਉਹਨਾਂ ਨੇ ਮੁਹਾਵਰਿਆਂ ਦਾ ਇਸਤੇਮਾਲ ਕੀਤਾ ਹੈ, ਨਵੇਂ ਮਜ਼ਮੂਨ ਉਹਨਾਂ ਨੇ ਲਿੱਤੇ ਨੇ। ਫਿਰ ਤੁਸੀਂ ਉਹਨਾਂ ਦੀ ਐਗਜ਼ਾਮਪਲਸ ਵੀ ਦਵੋ। ਪਿਛਲੇ ਜਿਹੜੇ ਮਜ਼ਮੂਨ ਤੁਸੀਂ ਦੱਸੇ ਨੇ, ਇਕਲਾਪੇ ਦਾ ਅਹਿਸਾਸ ਹੋ ਗਿਆ, ਠੀਕ ਹੈ, ਆਪਣੀ ਪਹਿਚਾਨ ਹੋ ਗਈ, ਇਸ ਤਰ੍ਹਾਂ ਦੇ ਜਿਹੜੇ ਤੁਸੀਂ ਮਜ਼ਮੂਨ ਦੱਸੇ ਨੇ ਉਹਨਾਂ ਦੇ ਵੀ ਐਗਜ਼ਾਮਪਲ ਲੈ ਸਕਦੇ ਹੋ। ਜ਼ਰੂਰੀ ਨਹੀਂ ਕਿ ਹੁਣ ਤੁਸੀਂ ਨਵੇਂ ਮਜ਼ਮੂਨਾਂ ਵਿੱਚ ਨਵੀਂ ਕੋਈ ਗੱਲ ਕਰੋ, ਨਵੀਂ ਕੋਈ ਸ਼ਾਇਰੀ ਪਾਓ। ਅੱਛਾ, ਜਿਹੜੇ ਪਿਛਲੇ ਮਜ਼ਮੂਨ ਤੁਸੀਂ 4-5 ਮਜ਼ਮੂਨ ਦੱਸੇ ਨਾ, ਪਹਿਲਾਂ ਤੁਸੀਂ ਇੰਟਰੋ ਦੇ ਦੇਣਾ। ਠੀਕ ਹੈ, ਰਊਫ ਸ਼ੇਖ ਨੂੰ ਜਾਣਦੇ ਹੋ ਤੇ ਦੱਸੋ, ਬਲਦਾ ਸ਼ਹਿਰ ਨੂੰ ਡੈਫੀਨੇਟਲੀ ਇਹ ਤਾਂ ਤੁਹਾਨੂੰ ਪਤਾ ਨਾ ਕਿ ਇਹ ਕਿਤਾਬ, ਇਹਦੇ ਵਿੱਚ ਕਿਹੜੇ ਟੌਪਿਕਸ ਨੇ, ਕਿਹੜੇ ਮਜ਼ਮੂਨਾਂ ਤੇ ਉੱਤੇ ਗੱਲ ਕੀਤੀ ਹੈ, ਇਹਨਾਂ ਦਾ ਕੰਟੈਕਸਟ ਕੀ ਹੈ। ਠੀਕ ਹੈ, ਇਹਨਾਂ ਦਾ ਰੂਹ ਜਾਂ ਮਗਜ਼ ਕੀ ਹੈ, ਉਹ ਤੁਸੀਂ ਦੱਸੋਗੇ ਤਾਰੁਫ ਵਿੱਚ। ਫਿਰ ਤੁਸੀਂ ਉਹਨਾਂ ਦੇ ਮਜ਼ਮੂਨਾਂ ਦਾ ਵੇਰਵਾ ਕਰੋਗੇ, 4-5 ਜਿਹੜੇ ਨੇ ਉਹਨਾਂ ਦੇ ਮਜ਼ਮੂਨ ਤੁਸੀਂ ਦੱਸੋਗੇ। ਫਿਰ ਉਹਨਾਂ ਦੀ ਕਲਾਮ ਤੇ ਜਾਂ ਸ਼ਾਇਰੀ ਦਾ ਫਿਕਰੀ ਜਿਹੜਾ ਨਤਾਰਾ ਕਰੋਗੇ। ਉਹਦੇ ਵਿੱਚ ਤੁਸੀਂ ਦੱਸੋਗੇ ਜੀ ਮੁਹਾਵਰਿਆਂ ਦਾ ਲਾਭ ਹੋਇਆ, ਨਵੇਂ ਮਜ਼ਮੂਨਾਂ ਦਾ ਜ਼ਿਕਰ ਕੀਤਾ ਹੈ, ਤਲਮੀਹਾਂ ਦਾ ਜ਼ਿਕਰ ਕੀਤਾ ਹੈ, ਤਸ਼ਬੀਹਾਂ ਦਾ ਜ਼ਿਕਰ ਕੀਤਾ ਹੈ। ਠੀਕ ਹੈ,
ਮਜ਼ਮੂਨਾਂ ਦੀ ਨਕਾਲੀ ਵੀ ਹੋਈ ਹੈ, ਉਹ ਵੀ ਤੁਸੀਂ ਕੋਈ ਇੱਕ ਆਦੀ ਐਗਜ਼ਾਮਪਲ ਦੇ ਸਕਦੇ ਹੋ। ਇਸ ਤਰ੍ਹਾਂ ਤੁਸੀਂ ਕਰਕੇ ਇਹ ਸਵਾਲ ਹੱਲ ਕਰਨਾ ਸੀ। ਬਲਦਾ ਸ਼ਹਿਰ ਮੈਂ ਤੁਹਾਨੂੰ ਆਲਰੇਡੀ ਪੜ੍ਹਾ ਚੁੱਕੀ ਹਾਂ। ਅੱਛਾ, ਜਿਹੜੇ ਗੱਲਾਂ ਜਾਂ ਜਿਹੜੇ ਟੌਪਿਕਸ ਨੇ ਨਾ, ਉਹ ਮੈਂ ਆਲਰੇਡੀ ਪਲੇਲਿਸਟ ਵਿੱਚ ਕਵਰ ਕਰ ਚੁੱਕੀ ਹਾਂ। ਮੈਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਸਾਰੀਆਂ ਵੀਡੀਓਜ਼ ਦੀਆਂ ਨਾ ਲਿੰਕਸ ਪਾ ਦਿਆਂਗੀ ਤਾਂ ਕਿ ਤੁਹਾਨੂੰ ਢੂੰਡਣ ਵਿੱਚ ਆਸਾਨੀ ਹੋਵੇ। ਠੀਕ ਹੈ, ਇਹ ਹੋ ਗਿਆ ਸਾਡਾ ਦੂਜਾ ਸਵਾਲ। ਤੀਜਾ ਸਵਾਲ ਹੈ ਜੀ ਸਾਡੇ ਕੋਲ ਬੋਲੀ। ਬੋਲੀ ਦੇ ਮੁੱਢ ਤੇ ਇਰਤਕਾ ਬਾਰੇ ਗੱਲ। ਠੀਕ ਹੈ, ਉਹਦੇ ਬਾਰੇ ਜਾਣਕਾਰੀ ਦਿਓ। ਅੱਛਾ, ਬੋਲੀ ਜਿਹੜੀ ਜੀ ਇਹ ਆ ਜਾਂਦਾ ਜੀ ਲੋਕ ਅਦਬ ਵਿੱਚ। ਠੀਕ ਹੈ, ਲੋਕ ਦਾ ਸਵਾਲ ਹੈ, ਪੰਜਾਬੀ ਲੋਕ ਦਾ। ਬੋਲੀਆਂ ਮਰਦਾਂ ਦੇ ਦਿਲਾਂ ਦੀਆਂ ਤਰਜਮਾਨ। ਠੀਕ ਹੈ, ਇਹਦੇ ਵਿੱਚ ਤੁਸੀਂ ਕੀ ਦੱਸਣਾ? ਤੁਸੀਂ ਦੱਸਣਾ ਹੈ ਬੋਲੀਆਂ ਦਾ ਪਿਛੋਕੜ। ਠੀਕ ਹੈ, ਸੌਖਾ ਸਵਾਲ ਹੈ। ਅੱਛਾ, ਇਹਦੇ ਵਿੱਚ ਤੁਸੀਂ ਕਰ ਸਕਦੇ ਹੋ ਨਾ ਸੁਲਤਾਨ ਬਾਹੂ ਤੇ ਬੁੱਲੇ ਸ਼ਾਹ ਨੂੰ 8-8 ਨੰਬਰ ਕਰਕੇ ਤੁਹਾਡਾ ਸੌਖਾ ਸਵਾਲ ਹੋ ਜਾਏਗਾ। ਜ਼ਿਆਦਾ ਨੰਬਰ ਤੁਸੀਂ ਗੇਨ ਕਰ ਸਕਦੇ ਹੋ। ਦੋਵਾਂ ਵਿੱਚੋਂ ਕੋਈ ਇੱਕ ਨਹੀਂ ਆਂਦਾ, ਤੁਸੀਂ ਦੂਜੇ ਨੂੰ ਫੋਕਸ ਕਰਕੇ ਉਹਨੂੰ ਐਕਸਪਲੇਨ ਕਰ ਸਕਦੇ ਹੋ। ਠੀਕ ਹੈ, ਇਹ ਜ਼ਿਆਦਾ ਸਕੋਰਿੰਗ ਸਵਾਲ ਹੈ। ਇਹ ਜਿਹੜਾ ਸਵਾਲ ਹੈ, ਇੱਕੋ ਹੀ ਸ਼ਾਇਰ ਦੀ ਗੱਲ ਕਰਨੀ ਹੈ, ਇੱਕੋ ਹੀ ਟੌਪਿਕ ਦੀ ਗੱਲ ਕਰਨੀ ਹੈ, ਇੱਕੋ ਹੀ ਮਜ਼ਮੂਨ ਹੈ। 16 ਨੰਬਰ ਦਾ ਸਵਾਲ ਹੈ। ਮਾਰਕਸ ਗੇਨਿੰਗ ਵਿੱਚ ਥੋੜਾ ਜਿਹਾ ਜੇ ਤੁਹਾਨੂੰ ਸਵਾਲ ਨਹੀਂ ਆਂਦਾ ਤੇ ਛੱਡ ਦਿਓ। ਬਜਾਏ ਹਾਂ, ਜੇ 5 ਸਵਾਲ ਪੂਰੇ ਨਹੀਂ ਹੋ ਰਹੇ ਤੇ ਥੋੜਾ ਜਿਹਾ ਕੋਈ 50-50 ਸਵਾਲ ਆਂਦਾ ਤੇ ਤੁਸੀਂ ਕਰ ਲਓ। ਪਰ ਮੈਂ ਕਹਾਂਗੀ ਕਿ ਜਿਹੜਾ ਪ੍ਰੋਪਰ ਤਰੀਕੇ ਨਾਲ ਪੂਰੀ ਗ੍ਰਿਪ ਨਹੀਂ ਹੈ ਤੇ ਉਹਨੂੰ ਛੱਡ ਦਿਓ ਤਾਂ ਬਿਹਤਰ ਹੋਏਗਾ। ਜਿਹਦੇ ਉੱਤੇ ਪੂਰੀ ਗ੍ਰਿਪ ਹੈ 5 ਸਵਾਲ ਉਹ ਢੂੰਡੋ। ਪਹਿਲੇ ਜਿਨ੍ਹਾਂ 5 ਸਵਾਲਾਂ ਉੱਤੇ ਗ੍ਰਿਪ ਹੈ ਉਹ ਕਰੋ। 4 ਸਵਾਲ ਅਗਰ ਹੋ ਜਾਂਦੇ ਨੇ, ਪੰਜਵਾਂ ਜਿਹੜਾ ਹੈ ਕੋਈ ਇੱਕ ਆਧਾ ਰਹਿ ਜਾਂਦਾ ਹੈ ਜਿਹਦੇ ਵਿੱਚ ਤੁਹਾਨੂੰ 50-60% ਆਂਦਾ ਹੈ, 20-30-40% ਨਹੀਂ ਆਂਦਾ, ਚੱਲ ਸਕਦਾ। ਅੱਛਾ, ਪੰਜਾਬੀ ਬੋਲੀ ਦੇ ਹੁਣ ਇਹਦੇ ਵਿੱਚ ਵੀ 16 ਨੰਬਰ ਦਾ ਸਵਾਲ ਹੈ। ਨਾਰਮਲੀ ਪੰਜਾਬੀ ਬੋਲੀ ਕਿਉਂਕਿ ਇਹ ਸਿਰਫ ਪੰਜਾਬੀ ਬੋਲੀ ਨੂੰ, ਹੁਣ ਦੇਖੋ ਪੰਜਾਬੀ ਬੋਲੀ ਇਹਦੇ ਵਿੱਚ ਵੀ ਆਇਆ ਤੇ ਪੰਜਾਬੀ ਬੋਲੀ ਦਾ ਨੋਟ ਇਹਦੇ ਵਿੱਚ ਵੀ ਆਇਆ। ਠੀਕ ਹੈ, ਤੇ ਤੁਸੀਂ ਹੁਣ ਲਿਖੋਗੇ ਤੇ ਤੁਹਾਨੂੰ ਜਿਹੜਾ ਨਾ ਬੋਲੀ ਉੱਤੇ ਇਹਦੇ ਵਿੱਚ ਵੀ ਲਿਖਣਾ ਪਊਗਾ ਤੇ ਇਹਦੇ ਵਿੱਚ ਵੀ। ਠੀਕ ਹੈ, ਇਹਦੇ ਵਿੱਚ ਤੁਸੀਂ ਪੰਜਾਬੀ ਬੋਲੀਆਂ ਦਾ ਪਿਛੋਕੜ ਜਿਹੜਾ ਨਾ ਥੋੜਾ ਜਿਹਾ ਦੱਸੋਗੇ। ਕਿਵੇਂ ਇਹ ਸਟਾਰਟ ਹੋਈ, ਸਟਾਰਟਿੰਗ ਦਾ ਜਿਹੜਾ ਨਾ ਕਹਿੰਦੇ ਨਾ ਜੀ ਪਹਿਲਾ ਜਿਹੜਾ ਬੋਲੀ ਸੀ ਉਹ ਕਿਦੋਂ ਸ਼ੁਰੂ ਹੋਈ ਸੀ, ਇਹਦੇ ਉੱਤੇ ਉਸ ਤਰ੍ਹਾਂ ਦੀਆਂ ਗੱਲਾਂ ਕਰੋਗੇ। ਫਿਰ ਤੁਸੀਂ ਆ ਕੇ ਇਹਦੀਆਂ ਤਾਰੀਫਾਂ ਵੀ ਦੱਸੋਗੇ। ਠੀਕ ਹੈ, ਫਿਰ ਬੋਲੀਆਂ ਦੀ ਬੁਣਤਰ ਵੀ ਦੱਸਣੀ ਹੈ ਤੁਹਾਨੂੰ। ਪ੍ਰੋਪਰ ਇੱਕ ਸਵਾਲ ਹੁਣ ਕਰਨਾ ਨਾ। ਪਹਿਲੇ ਤਾਂ ਇਰਤਕਾ ਬਾਰੇ ਗੱਲ ਹੋ ਗਈ, ਫਿਰ ਕਿਸ ਤਰ੍ਹਾਂ ਦੀ ਓਵਰ ਦ ਪੀਰੀਅਡ ਆਫ ਟਾਈਮ ਕਿਵੇਂ ਚੇਂਜ ਹੋਇਆ ਇਹ ਵੀ ਤੁਹਾਨੂੰ ਦੱਸਣਾ ਪਊਗਾ। ਠੀਕ ਹੈ, ਇਹ ਜਿਹੜਾ ਨਾ ਇਹ ਛੋਟੇ ਛੋਟੇ ਪੁਆਇੰਟਸ ਇਹਦੇ ਵਿੱਚ ਲਿਖਣਾ ਜ਼ਰੂਰੀ ਸਨ ਕਿਉਂਕਿ ਪੰਜਾਬੀ ਬੋਲੀ ਦੇ ਮੁੱਢ ਤੇ ਇਰਤਕਾ ਬਾਰੇ ਜਾਣਕਾਰੀ ਦੀ ਗੱਲ ਹੋਈ ਹੈ ਕਿ ਇਹ ਕਦੋਂ ਸਟਾਰਟ ਹੋਇਆ। ਕਹਿ ਲਓ ਫॉर ਐਗਜ਼ਾਮਪਲ 1600 ਵਿੱਚ ਸਟਾਰਟ ਹੋਇਆ ਫॉर ਐਗਜ਼ਾਮਪਲ। ਠੀਕ ਹੈ, ਵੈਸੇ ਤੇ ਜੀ ਜਦੋਂ ਪੰਜਾਬ ਦੀ ਤਾਰੀਖ ਹੈ ਨਾ ਤੇ ਜਦੋਂ ਇਹਨਾਂ ਫਸਲਾਂ ਦਾ ਜਾਂ ਮਰਦਾਂ ਦੀ ਕਿਉਂਕਿ ਹੈ ਤੇ ਮਰਦ ਆਪਸ ਵਿੱਚ ਕਿਹੜੇ ਜਦੋਂ ਉਹ ਖੇਤ ਖਲਿਆਣ ਵਿੱਚ ਹੁੰਦੇ ਨੇ ਉੱਥੇ ਜਿਹੜਾ ਨਾ ਆਪਸ ਵਿੱਚ ਮੁਹੱਬਤ ਤੇ ਨਹੀਂ, ਮੁਹੱਬਤ ਤੇ ਵੀ ਆ ਜਾਂਦਾ ਬੋਲੀ, ਲੇਕਿਨ ਆਪਸ ਵਿੱਚ ਉਹਨਾਂ ਗੱਲਾਂ ਬਾਤਾਂ ਦੇ ਆਪਣਾ ਆਪਣੇ ਰੰਗਾਂ ਵਿੱਚ ਉਹ ਜਿਹੜਾ ਨਾ ਕਹਿ ਦਿੰਦੇ ਨੇ। ਠੀਕ ਹੈ, ਕਹਿ ਲਓ ਜੀ ਖੇਤਾਂ ਦੀ ਜਦੋਂ ਫਸਲ ਕੱਟਦੀ ਹੈ ਜਾਂ ਉਸ ਟਾਈਮ ਉੱਤੇ, ਤੇ ਇਹ ਉਸ ਟਾਈਮ ਦੀ ਗੱਲ ਹੈ ਤਾਂ ਡੈਫੀਨੇਟਲੀ ਸਾਨੂੰ ਪਤਾ ਲੱਗੇ ਤੇ ਖੇਤਾਂ ਦਾ ਜਾਂ ਇਹ ਸਭ ਕੁਝ ਨਾ ਖੇਤਾਂ ਖਲਿਆਣਾਂ ਦਾ ਇਹਨਾਂ ਦਾ ਬਹੁਤ ਪੁਰਾਣਾ ਟਾਈਮ ਹੈ। ਠੀਕ ਹੈ, ਤੇ ਇਸ ਤਰ੍ਹਾਂ ਕਰਕੇ ਪੰਜਾਬੀ ਬੋਲੀ ਜਿਹੜੀ ਹੈ ਬਹੁਤ ਪੁਰਾਣੀ ਬੋਲੀ, ਲੋਕ ਗੀਤ ਹੈ ਸਾਡਾ, ਉਹਦੇ ਉੱਤੇ ਸਾਨੂੰ ਗੱਲ ਕਰਨੀ ਹੈ। ਠੀਕ ਹੈ, ਫਿਰ ਅਗਲਾ ਸਵਾਲ ਆਉਂਦਾ ਹੈ ਲਸਾਨੀਆਤ। ਲਸਾਨੀਆਤ ਕੀ ਹੈ? ਲਸਾਨੀਆਤ ਦਾ ਪਹਿਲਾ ਚੈਪਟਰ ਜਿਹੜਾ ਹੈ ਪੰਜਾਬੀ ਬੋਲੀ ਦਾ ਜਾਂ ਜ਼ੁਬਾਨ ਤੇ ਜ਼ੁਬਾਨ ਦੀ ਤਾਰੀਖ, ਉਹਦੇ ਵਿੱਚ ਲਸਾਨੀਆਤ ਦਾ ਸਾਡਾ ਪਹਿਲਾ ਚੈਪਟਰ ਹੈ ਜਿਹੜਾ ਡਾਕਟਰ ਸ਼ਹਿਬਾਜ਼ ਮਲਿਕ ਨੇ ਲਿਖਿਆ ਹੈ ਤੇ ਉਹਦੇ ਬਾਰੇ ਤੁਸੀਂ ਦੱਸਣਾ ਜੀ ਲਸਾਨੀਆਤ ਕੀ ਹੈ। ਹੁਣ ਇਹਦੇ ਦੋ ਹਿੱਸੇ ਨੇ, ਇਹ ਤਾਂ ਛੋਟੀ ਡੈਫੀਨੇਸ਼ਨ ਸੀ ਆ ਗਈ ਲਸਾਨੀਆਤ ਕੀ ਹੈ। ਠੀਕ ਹੈ, ਤੇ ਅਗਲਾ ਹੈ ਹਿੱਸਾ ਲਸਾਨੀਆਤ ਦੀਆਂ ਕਿੰਨੀਆਂ ਸ਼ਾਖਾਂ ਨੇ। ਠੀਕ ਹੈ, ਇਹ ਮੇਨ ਸਵਾਲ ਹੈ, ਕਿੰਨੀਆਂ ਸ਼ਾਖਾਂ ਨੇ, ਵੇਰਵਾ ਕਰੋ। ਸਿਰਫ ਸ਼ਾਖਾ ਨਹੀਂ ਦੱਸਣੀਆਂ, ਉਹਨਾਂ ਦਾ ਵੇਰਵਾ ਕਰਨਾ ਹੈ। ਇਸ ਸਵਾਲ ਨੂੰ ਤੁਸੀਂ ਸਟਾਰਟ ਕਰੋਗੇ ਜੀ ਡਾਕਟਰ ਸ਼ਹਿਬਾਜ਼ ਮਲਿਕ ਦਾ ਵੀ ਥੋੜਾ ਜਿਹਾ ਤਾਰੁਫ ਦੱਸੋਗੇ ਤਾਂ ਕਿ ਤੁਹਾਨੂੰ ਜਾਂ ਤੁਹਾਡੇ ਐਗਜ਼ਾਮੀਨਰ ਨੂੰ ਪਤਾ ਲੱਗੇ
ਕਿ ਇਸ ਬੱਚੇ ਨੂੰ ਕੁਝ ਆਂਦਾ ਹੈ, ਕਿ ਇਹਨੂੰ ਪਤਾ ਹੈ ਕਿ ਇਹਦਾ ਰਾਈਟਰ ਕੌਣ ਸੀ। ਡਾਕਟਰ ਸ਼ਹਿਬਾਜ਼ ਮਲਿਕ ਦੇ ਬਾਰੇ ਥੋੜਾ ਜਿਹਾ ਦੱਸੋ ਕਿ ਉਹਨਾਂ ਨੇ ਕਿਹੜੀਆਂ ਕਿਤਾਬਾਂ ਲਿਖੀਆਂ ਨੇ, ਉਹਨਾਂ ਦਾ ਕਿਹੜਾ ਮਿਜ਼ਾਜ ਰਿਹਾ ਆ, ਕਿਹੋ ਜਿਹੀਆਂ ਰਾਈਟਿੰਗਸ ਉਹਨਾਂ ਦੀਆਂ ਰਹੀਆਂ ਨੇ। ਠੀਕ ਹੈ, ਫਿਰ ਤੁਸੀਂ ਕਮ ਟੂ ਦ ਪੁਆਇੰਟ, ਇਹ ਇੰਟਰੋ 'ਚ ਗੱਲ ਕਰਨੀ, ਫਿਰ ਤੁਸੀਂ ਹੈਡਿੰਗ ਦਵੋਗੇ ਜੀ ਲਸਾਨੀਆਤ ਕੀ ਹੈ। ਠੀਕ ਹੈ, ਇਹਦੇ ਉੱਤੇ ਗੱਲ ਕਰੋਗੇ ਤੁਸੀਂ ਕਿ ਲਸਾਨ ਜਿਹੜਾ ਹੈ ਅਰਬੀ ਜ਼ੁਬਾਨ ਦਾ ਲਫ਼ਜ਼ ਹੈ ਜਿਹਦਾ ਮਤਲਬ ਜ਼ੁਬਾਨ ਜਾਂ ਜੀਭ ਦਾ ਹੈ। ਠੀਕ ਹੈ, ਫਿਰ ਇਸ ਤੋਂ ਤੁਸੀਂ ਇਹਦੇ ਵਿੱਚ ਕਿਹੜਾ ਮਤਲਬ ਲਿੰਗੁਇਸਟਿਕਸ ਦੇ ਉੱਤੇ ਗੱਲ ਹੋਈ ਹੈ ਇਹਦੀ, ਕਿ ਲਸਾਨੀਆਤ ਜਿਹੜਾ ਨਾ ਲਿੰਗੁਇਸਟਿਕਸ ਲੈਂਗੁਏਜ ਦੇ ਬਾਰੇ ਗੱਲ ਹੋਈ ਹੈ। ਤੇ ਲੈਂਗੁਏਜ ਵਿੱਚ ਫੋਨੈਟਿਕਸ ਵੀ ਆਉਂਦੇ ਨੇ, ਸੂਤੀਆਤ ਜਿਹੜੇ ਨੇ, ਇਹਦੇ ਵਿੱਚ डिफरेंट और कॉन्टेक्स्ट ने, क्योंकि लैंग्वेज एक आप बहुत एक ना डीप सब्जेक्ट है। ਫਿਰ ਉਸ ਤੋਂ ਬਾਅਦ ਤੁਸੀਂ ਇਹਨਾਂ ਦਾ ਜਿਹੜਾ ਮੇਨ ਟੌਪਿਕ ਹੈ ਉਹਦੀ ਲਸਾਨੀਆਤ ਦੀਆਂ ਕਿੰਨੀਆਂ ਸ਼ਾਖਾਂ ਨੇ ਉਹ ਤੁਹਾਨੂੰ ਲੱਭ ਜਾਏਗਾ ਲਸਾਨੀਆਤ ਦੇ ਚੈਪਟਰ ਵਿੱਚੋਂ, ਤੇ ਉਹਦਾ ਤੁਸੀਂ ਵੇਰਵਾ ਕਰਨਾ। ਠੀਕ ਹੈ ਜੀ, ਚਾਹੋ ਤੇ ਇਹ ਟੌਪਿਕ ਛੱਡ ਦਿਓ ਕਿਉਂਕਿ ਲਿੰਗੁਇਸਟਿਕ ਦਾ ਹੈ ਤੇ ਚਾਂਸਸ ਆਰ ਕਿ ਤੁਹਾਡੇ ਮਾਰਕਸ ਜਿਹੜੇ ਨੇ ਥੋੜੇ ਜਿਹੇ ਕਮ ਆਏ ਨੇ ਇਹਦੇ ਵਿੱਚ, ਕਿਉਂਕਿ ਇਹ ਸਵਾਲ ਨਾਰਮਲੀ ਕੋਈ ਵੀ ਨਹੀਂ ਨਾ ਪ੍ਰੋਪਰਲੀ ਪੜ੍ਹਾਉਂਦਾ ਹੈ, ਕਿਉਂਕਿ ਅਸੀਂ ਇਹਦੇ ਵਿੱਚ ਅਸੀਂ ਕੋਈ MA ਤੇ ਨਹੀਂ ਕਰੇ ਨਾ ਪੰਜਾਬੀ ਵਿੱਚ, ਅਸੀਂ ਤੇ ਸਿਰਫ ਇੰਨਾ ਹੀ ਪੜ੍ਹ ਰਹੇ ਨੇ ਜਿੰਨਾ ਸਾਨੂੰ ਹੈਲਪ ਕਰੇ CSS ਪਾਸ ਕਰਨ ਵਿੱਚ। ਤੇ ਦੈਟਸ ਵਾਈ ਤੁਹਾਨੂੰ ਲਾਈਕ ਪਹਿਲਾ ਜਿਹੜਾ ਚੈਪਟਰ ਹੈ ਪੰਜਾਬੀ ਬੋਲੀ ਦਾ ਪਿਛੋਕੜ, ਚਲੋ ਜੇ ਕੋਈ ਸਵਾਲ ਨਹੀਂ ਆਉਂਦਾ ਤਾਂ ਤੁਸੀਂ ਉਹ ਅਟੈਂਪਟ ਕਰ ਸਕਦੇ ਹੋ। ਲਸਾਨੀਆਤ ਦਾ ਬੜਾ ਇੱਕ ਡੀਪ ਤੇ ਬਹੁਤ ਜਿਹੜਾ ਨਾ ਸਖਤ ਕਿਸਮ ਦਾ, ਜਾਂ ਤੁਸੀਂ ਕਹਿ ਲਓ ਕਿ ਪ੍ਰੋਪਰ ਇੱਕ ਲਿਟਰੇਚਰ ਦਾ ਸਵਾਲ, ਲੈਂਗੁਏਜ ਦਾ ਸਵਾਲ ਹੈ। ਖੈਰ, ਨੈਕਸਟ ਆਂਦਾ ਜੀ ਇਨਸ਼ਾਈਆਂ ਕਿਵੇਂ ਹਾਸੇ ਖੇਡੇ ਵਿੱਚ ਸਮਾਜੀ ਬੁਰਾਈਆਂ ਦੀ ਨਿਸ਼ਾਨਦੇਹੀ ਕਰਦਾ ਹੈ। ਇਹ ਵੀ ਮੈਂ ਇੱਕ ਪ੍ਰੋਪਰ ਤਰੀਕੇ ਨਾਲ ਬਹੁਤ ਡੀਪ ਐਨਾਲਿਸਿਸ ਜਾਂ ਪ੍ਰੋਪਰ ਸਟੱਡੀ ਕਰਾਈਏ ਤੁਹਾਨੂੰ। ਠੀਕ ਹੈ, ਇਨਸ਼ਾਈਆਂ ਦੇ ਉੱਤੇ ਸਾਰੇ ਜਿਹੜੇ ਟੌਪਿਕਸ ਨੇ, ਕਿਵੇਂ ਉਹਨਾਂ ਨੇ ਪੱਗ ਦੇ ਬਾਰੇ 'ਚ ਗੱਲ ਕੀਤੀ ਹੈ, ਮੁੱਛਾਂ ਦੇ ਬਾਰੇ 'ਚ, ਮਹਿਮਾਨਾਂ ਦੇ ਬਾਰੇ 'ਚ, ਤੇ ਉਹ ਉਸ ਤਰ੍ਹਾਂ ਤੁਸੀਂ ਕਹਿ ਲਓ ਜੀ ਪੰਜਾਬ ਵਿੱਚ ਨਾਰਮਲੀ ਕਿਹੋ ਜਿਹਾ ਤੌਰ ਤਰੀਕਾ ਰਹਿੰਦਾ ਕਿ ਜਿਵੇਂ ਕੋਈ ਮਰ ਵੀ ਜਾਵੇ ਈਵਨ ਤਾਂ ਵੀ ਲੋਕ ਤੀਜਾ ਜਾਂ 10ਵਾਂ ਕਰਨ ਆਉਂਦੇ ਨੇ ਉਹ ਮਰਨ ਵਾਲੇ ਘਰ, ਤੇ ਬਜਾਏ ਇਸ ਦਾ ਕਿ ਅਗਲੇ ਨੂੰ ਸਪੋਰਟ ਕਰਨ ਉਹਨਾਂ ਉੱਤੇ ਬੋਝ ਹੀ ਬਣ ਜਾਂਦੇ ਨੇ। ਇਸੇ ਤਰ੍ਹਾਂ ਕੋਈ ਬਿਮਾਰ ਹੈ ਤੇ ਉਹਦੀ ਤੀਮਾਰਦਾਰੀ ਕਰਨ ਲਈ, ਠੀਕ ਹੈ, ਇੱਕ ਅੱਛੀ ਚੀਜ਼ ਵੀ ਹੈ, ਪਰ ਸਮਾਜੀ ਬੁਰਾਈਆਂ ਕਿਵੇਂ ਕਿ ਜੀ ਇੱਕ ਬੌਂਡਿੰਗ ਤੇ ਹੈ, ਪਰ ਦੂਜਾ ਨੈਗੇਟਿਵ ਇੰਪੈਕਟ ਆਉਂਦਾ ਕਿ ਜੀ ਫਾਈਨੈਂਸ਼ੀਅਲੀ ਅਗਲਿਆਂ ਉੱਤੇ ਬੋਝ ਬਣ ਜਾਣਾ। ਠੀਕ ਹੈ, ਤੇ ਇਸ ਤਰ੍ਹਾਂ ਦੀ ਹੋਰ ਵੀ ਖੇਡ ਜਾਂ ਗੀਬਤਾਂ ਜਾਂ ਜੁਗਤ ਕਰਨਾ, ਇਹੋ ਜਿਹੀਆਂ ਗੱਲਾਂ ਨੇ, ਤੇ ਤੁਸੀਂ ਉਹ ਉਸ ਟੌਪਿਕ ਵਿੱਚ ਵੇਖ ਸਕਦੇ ਹੋ। ਫਿਰ ਇਸ ਤਰ੍ਹਾਂ ਦੀਆਂ ਇਹ ਗੱਲਾਂ ਸਮਾਜੀ ਬੁਰਾਈਆਂ ਅਸੀਂ ਦੱਸਣੀਆਂ ਸਨ। ਠੀਕ ਹੈ, ਕੁਐਸਚਨ ਅਟੈਂਪਟ ਕਰਨ ਦਾ ਤਰੀਕਾ ਮੈਂ ਤੁਹਾਨੂੰ ਦੱਸਿਆ ਹੋਇਆ ਬਹੁਤ ਪਹਿਲਾਂ ਕਿ ਜੀ ਪਹਿਲਾਂ ਤੁਸੀਂ ਇੰਟਰੋ ਦੇਣਾ ਹੈ, ਫਿਰ ਤੁਸੀਂ ਪ੍ਰੋਪਰ ਤਰੀਕੇ ਦਾ, ਅਗਰ ਬੈਕਗਰਾਊਂਡ ਹਿਸਟਰੀ ਤੁਹਾਨੂੰ ਪਤਾ ਹੈ ਤਾਂ ਤੁਸੀਂ ਦੱਸੋ, ਨਹੀਂ ਤੇ ਤੁਸੀਂ ਉਸ ਸਵਾਲ ਉੱਤੇ ਆਓ ਤੇ ਸਵਾਲ ਦੀਆਂ ਜਿਹੜੀ ਹੈਡਿੰਗਸ ਨੇ, ਸਬ ਹੈਡਿੰਗਸ, ਉਹ ਦੱਸੋ, ਤੇ ਫਿਰ ਤੁਸੀਂ ਕਨਕਲੂਜਨ ਉੱਤੇ ਆਓ। ਈਵਨ ਪੰਜਾਬੀ ਦੇ ਪੇਪਰ ਵਿੱਚ ਤੁਸੀਂ ਇਹੋ ਜਿਹੇ ਤਰੀਕੇ ਨਾਲ ਸਵਾਲ ਅਟੈਂਪਟ ਕਰਨਾ ਹੈ। ਠੀਕ ਹੈ ਜੀ, ਨੈਕਸਟ ਆਂਦਾ ਜੀ ਨਜਮ ਹੁਸੈਨ ਸਈਦ ਦੇ ਮਜ਼ਮੂਨ ਰਾਂਝਨ ਯਾਰ ਤਬੀਬ ਬਾਰੇ ਆਪਣੇ ਵਿਚਾਰ ਸਾਂਝੇ ਕਰੋ। ਠੀਕ ਹੈ, ਨਜਮ ਹੁਸੈਨ ਦਾ ਜਿਹੜਾ ਟੌਪਿਕ ਹੈ ਉਹ ਵੀ ਮੈਂ ਤੁਹਾਨੂੰ ਪੜ੍ਹਾਇਆ ਹੋਇਆ ਹੈ। ਅੱਛਾ, ਹੁਣ ਰਾਂਝਨ ਯਾਰ ਤਬੀਬ ਵਿੱਚ ਤੁਸੀਂ ਹੀਰ ਰਾਂਝੇ ਦੀ ਸਟੋਰੀ ਦਾ ਜਿਹੜਾ ਇੱਕ ਪਾਰਟ ਆਂਦਾ, ਜਾਂ ਕਹਿ ਲਓ ਜੀ ਸਰਨਾਮੇ ਵਿੱਚ ਸ਼ਾਹ ਹੁਸੈਨ ਦੀ ਜਿਹੜੀ ਕਾਫੀ ਹੈ ਉਹਦਾ ਇੱਕ ਮਿਸਰਾ ਹੈ, ਤੇ ਉਹਦਾ ਅੱਧਾ ਪਾਰਟ ਹੈ ਜੀ ਰਾਂਝਨ ਯਾਰ ਤਬੀਬ। ਠੀਕ ਹੈ, ਇਹਦੇ ਵਿੱਚ ਤੁਸੀਂ ਗੱਲ ਦੱਸਣੀ ਹੈ ਹੀਰ ਦਾ ਜਿਹੜਾ ਮਹਾਂਦਰਾ ਹਰ ਜਗ ਵਿੱਚ ਨਵਾਂ ਹੈ, ਤੇ ਉਸ ਨੂੰ ਕਿਸ ਤਰ੍ਹਾਂ ਜਿਹੜਾ ਨਾ ਲਾਈਕ ਉਹਨਾਂ ਦਾ ਆਪਸ ਵਿੱਚ ਕੀ ਤਾਲੁਕ ਸੀ। ਠੀਕ ਹੈ, ਤੇ ਕਿਸ ਤਰ੍ਹਾਂ ਹੀਰ ਨੂੰ ਸੱਪ ਵੱਢਦਾ। ਰਾਂਝਨ ਯਾਰ ਤਬੀਬ ਕਿਹੜਾ ਜੀ, ਜਿਹੜਾ ਰਾਂਝਾ ਹੈ ਨਾ ਉਹ ਹੀ ਤਬੀਬ ਬਣ ਕਰ ਆਇਆ। ਕਿਵੇਂ, ਜਦੋਂ ਹੀਰ ਨੂੰ ਸੱਪ ਵੱਢਦਾ, ਉਹ ਸੱਪ ਵੱਢਣ ਦੀ ਐਕਟਿੰਗ ਕਰਦੀ ਹੈ, ਨਾਟਕ ਕਰਦੀ ਹੈ, ਤੇ ਰਾਂਝਾ ਜਿਹੜਾ ਹੁੰਦਾ ਹੈ ਉਹਦਾ ਮਹਿਬੂਬ ਹੈ, ਆਸ਼ਿਕ ਹੈ, ਉਹ ਤਬੀਬ ਬਣ ਕੇ ਉਹਦੇ ਕੋਲ ਆ ਜਾਂਦਾ ਹੈ। ਠੀਕ ਹੈ, ਤੇ ਇਸ ਦੇ ਬਾਰੇ 'ਚ ਤੁਸੀਂ ਆਪਣੇ ਵਿਚਾਰ ਦੱਸਣੇ। ਸਾਰਾਂ ਦਾ ਇੱਕ ਟੌਪਿਕ ਹੈ, ਸਾਰਾਂ ਵਿੱਚ ਨਜਮ ਹੁਸੈਨ ਸਈਦ ਦਾ ਮਜ਼ਮੂਨ ਹੈ ਰਾਂਝਨ ਯਾਰ ਤਬੀਬ। ਮੈਂ ਆਲਰੇਡੀ ਇਹਨੂੰ ਪੜ੍ਹਾ ਚੁੱਕੀ ਹਾਂ,
ਤੇ ਉਹਦਾ ਲਿੰਕ ਵੀ ਡਾਲ ਦਿਆਂਗੀ ਤੇ ਤੁਸੀਂ ਵੇਖ ਸਕਦੇ ਹੋ। ਅਗਲਾ ਜਿਹੜਾ ਸਵਾਲ ਹੈ ਜੀ ਉਹ ਵੀ ਬਹੁਤ ਸੌਖਾ ਸਵਾਲ ਹੈ, ਜਿਹਦੇ ਵਿੱਚ ਤੁਸੀਂ ਦੱਸਣਾ ਹੈ ਪੰਜਾਬੀ ਸ਼ੇਰੀ ਅਸਨਾਫ ਦੇ ਬਾਰੇ ਚ ਗੱਲ ਕਰਨੀ, ਜਿਹਦੇ ਵਿੱਚ ਆ ਜਾਂਦਾ ਦੋੜਾ ਤੇ ਸ਼ਲੋਕ, ਉਹਦਾ ਨਖੇੜਾ ਕਰਨਾ ਆਪਸ ਵਿੱਚ ਕਿ ਜੀ ਦੋੜਾ ਕੀ ਹੈ ਤੇ ਸ਼ਲੋਕ ਕੀ ਹੈ। ਠੀਕ ਹੈ, ਇਹ ਵੀ ਅਸੀਂ ਲੋਕ ਅਦਬ ਵਿੱਚ ਜਾਂ ਲੋਕ ਸ਼ਾਇਰੀ ਵਿੱਚ ਅਸੀਂ ਇਹ ਆਲਰੇਡੀ ਸਟੱਡੀ ਕਰ ਚੁੱਕੇ ਹਾਂ। ਠੀਕ ਹੈ, ਲਿੰਕਸ ਮੈਂ ਪਾ ਦਿਆਂਗੀ, ਉੱਥੋਂ ਤੁਸੀਂ ਵੇਖ ਸਕਦੇ ਹੋ। ਤੇ ਲਾਸਟ ਸਵਾਲ ਆ ਜਾਂਦਾ ਜੀ ਸਾਡੇ ਕੋਲ ਛੋਟੇ ਛੋਟੇ ਜਿਹੜੇ ਸ਼ਾਰਟ ਟੌਪਿਕਸ ਨੇ। ਅੱਛਾ ਹੁਣ ਦੇਖੋ ਇਹਦੇ ਉੱਤੇ ਵੀ ਜਿਹੜਾ ਨਾ ਤੁਹਾਡੇ ਕੋਲ ਚੋਇਸ ਹੈ ਨਾ, ਚੋਇਸ ਤੇ ਨਹੀਂ ਮਤਲਬ ਕਹਿ ਸਕਦੇ ਹੋ ਕਿ ਜੀ 8 ਨੰਬਰ ਦਾ ਤੁਸੀਂ ਦੋੜਾ ਦੱਸਣਾ, 8 ਨੰਬਰ ਦਾ ਤੁਸੀਂ ਸ਼ਲੋਕ ਦੱਸਣਾ ਹੈ। ਠੀਕ ਹੈ, 8 ਨੰਬਰ ਦਾ ਦੋੜਾ ਤੇ 8 ਨੰਬਰ ਦਾ ਸ਼ਲੋਕ, ਇਸ ਤਰ੍ਹਾਂ ਕਰਕੇ ਤੁਸੀਂ ਸਵਾਲ ਨੂੰ ਅਟੈਂਪਟ ਕਰ ਸਕਦੇ ਹੋ। ਹੇਠ ਲਿਖੇ ਸਰਨਾਵਿਆਂ ਵਿੱਚ ਤੁਸੀਂ ਦੋ ਉੱਤੇ ਲਿਖਣਾ ਹੈ, ਨੋਟ ਲਿਖਣਾ ਹੈ, ਢੋਲਾ ਬੋਲੀਆ ਲੋਰੀ, ਇਹਦੇ ਵਿੱਚ ਜੋ ਤੁਹਾਨੂੰ ਈਜ਼ੀ ਲੱਗੇ ਉਹ ਲਿਖ ਸਕਦੇ ਹੋ। ਠੀਕ ਹੈ, 8-8 ਨੰਬਰ ਦਾ ਇਹ ਹੋ ਗਿਆ। ਠੀਕ ਹੈ, 8-8 ਨੰਬਰ ਦਾ ਇਹ ਹੋ ਗਿਆ ਤੇ 8-8 ਨੰਬਰ ਦਾ ਤੁਹਾਡੇ ਉੱਤੇ ਨਾ ਆਪਸ਼ਨ ਜਾਂ ਚੋਇਸ ਹੈ ਤੁਹਾਡੇ ਕੋਲ ਕਿ ਤੁਸੀਂ ਇਹਨਾਂ ਵਿੱਚੋਂ ਸਕੋਰਿੰਗ ਮਾਰਕਸ ਜਿਹੜਾ ਨਾ ਉਹ ਕਿਸ ਤਰ੍ਹਾਂ ਕਰ ਸਕਦੇ ਹੋ, ਮੈਕਸਿਮਮ ਸਕੋਰਿੰਗ ਜਾਂ ਮੈਕਸਿਮਮ ਸਕੋਰ ਕਿਸ ਤਰ੍ਹਾਂ ਤੁਸੀਂ ਗੇਨ ਕਰ ਸਕਦੇ ਹੋ। ਇਹ ਸਵਾਲ ਕਰਿਓ ਜਾਂ ਤੁਹਾਨੂੰ ਇਹ ਕਰਨਾ ਚਾਹੀਦਾ ਸੀ, ਕਿਉਂਕਿ ਇਹਦੇ ਵਿੱਚ ਤੁਸੀਂ ਡਿਫਰੈਂਸ਼ੀਏਟ ਕਰ ਸਕਦੇ ਹੋ ਜਾਂ ਪਾਰਟੀਸ਼ਨ ਕਰ ਸਕਦੇ ਹੋ। 8 ਨੰਬਰ ਦੇ ਉੱਤੇ ਨੋਟ ਜਿਹੜਾ ਲਿਖਣਾ ਹੈ ਉਹ ਤੁਸੀਂ ਇੱਕ ਹਸਤੀ ਉੱਤੇ, ਇੱਕ ਪਰਸਨੈਲਿਟੀ ਉੱਤੇ ਲਿਖ ਸਕਦੇ ਹੋ ਤੇ 8 ਨੰਬਰ ਦੇ ਉੱਤੇ ਦੂਜੇ ਉੱਤੇ ਲਿਖ ਸਕਦੇ ਹੋ। ਠੀਕ ਹੈ, ਇਹ ਕਰ ਸਕਦੇ ਹੋ, ਇਹ ਕਰ ਸਕਦੇ ਹੋ, ਇਹ ਕਰ ਸਕਦੇ ਹੋ। 3 ਸਵਾਲ ਤੁਸੀਂ ਤੁਹਾਡੇ ਹੋ ਗਏ। ਹੁਣ ਤੁਸੀਂ ਵੇਖਣੇ ਨੇ 2 ਸਵਾਲ। ਠੀਕ ਹੈ, ਹੁਣ 2 ਵਿੱਚੋਂ ਤੁਸੀਂ ਇਹ ਵੀ ਕਰ ਸਕਦੇ ਹੋ ਤੇ ਇਹ ਵੀ ਕਰ ਸਕਦੇ ਹੋ। ਠੀਕ ਹੈ, ਮੈਂ ਤੁਹਾਨੂੰ ਕਵਾਂਗੀ ਇਫ ਆਈ ਵਰ ਐਟ ਯੂਰ ਪਲੇਸ ਮੈਂ ਇਹ ਸਵਾਲ ਕਰਦੀ ਇਹ ਕਿਉਂਕਿ ਇਹਦੇ ਉੱਤੇ ਮਾਰਜਨ ਜ਼ਿਆਦਾ ਹੈ, ਮਾਰਕਸ ਗੇਨ ਕਰਨੇ ਦਾ ਮਾਰਜਨ ਜ਼ਿਆਦਾ ਹੈ, ਕਿਉਂਕਿ ਅਸੀਂ ਛੋਟੀ ਗੱਲਾਂ ਲਿਖ ਸਾਡੇ ਕੋਲ ਟੌਪਿਕ ਜ਼ਿਆਦਾ ਨਾ ਲਿਖਣ ਉੱਤੇ ਤੇ ਸਾਡੇ ਕੋਲ ਸ਼ਾਇਦ ਮਟੀਰੀਅਲ ਇੰਨਾ ਨਹੀਂ ਹੈ। ਠੀਕ ਹੈ, ਇਹਦੇ ਵਿੱਚ ਕੀ ਹੋਏਗਾ ਕਿ ਤੁਸੀਂ 16 ਹੁਣ ਵੇਖੋ ਇਹ ਸਵਾਲ ਹੈ ਜਾਂ ਇਹ ਜਿਹੜੇ ਸਵਾਲ ਨੇ ਇਹਦੇ ਉੱਤੇ ਕਿਹੜੇ ਸਾਨੂੰ ਇੱਕ ਹੀ ਮਜ਼ਮੂਨ ਉੱਤੇ ਜਾਂ ਇੱਕ ਹੀ ਸ਼ਾਇਰ ਉੱਤੇ ਜਾਂ ਇੱਕ ਹੀ ਪਰਸਨੈਲਿਟੀ ਉੱਤੇ ਜਾਂ ਉਹਦੀ ਇੱਕ ਹੀ ਕਿਸੇ ਟੌਪਿਕ ਉੱਤੇ ਗੱਲ ਕਰਨੀ ਹੈ, 16 ਨੰਬਰ ਦੀ ਗੱਲ ਕਰਨੀ ਹੈ। ਠੀਕ ਹੈ, ਇਸ ਲਈ ਸਾਨੂੰ ਜ਼ਿਆਦਾ ਮਟੀਰੀਅਲ ਚਾਹੀਦਾ। ਇਹਦੇ ਉੱਤੇ ਸਾਨੂੰ ਥੋੜਾ ਵੀ ਮਟੀਰੀਅਲ ਲੱਭ ਜਾਏ ਤਾਂ ਅਸੀਂ ਈਜ਼ੀਲੀ ਇਹਨੂੰ ਕਰ ਸਕਦੇ ਹਾਂ, ਕਿਉਂਕਿ ਸਾਨੂੰ 2 ਵਿੱਚ ਇਹਨੂੰ ਪਾਰਟੀਸ਼ਨ ਕਰ ਲਈ, 2 ਲੋਕਾਂ ਵਿੱਚ 2 ਲੋਕਾਂ ਦੀਆਂ ਗੱਲਾਂ ਦੱਸਣੀਆਂ ਨੇ ਇੱਕ 16 ਨੰਬਰ ਦੇ ਸਵਾਲ ਵਿੱਚ। ਠੀਕ ਹੈ, ਇਹ ਵੀ ਅਸੀਂ 2 ਟੌਪਿਕ ਦੱਸਣ ਤੇ ਹੋਗਾ ਕਿ ਹੁਣ ਵੇਖੋ 4 ਤੋਂ 5 ਪੇਪਰ, ਸ਼ੀਟਾਂ ਦੀ ਗੱਲ ਨਹੀਂ ਕਰ ਰਹੀ, ਯਾਨੀ ਕਿ 2 ਜਾਂ 2.5 ਸ਼ੀਟਾਂ ਹੋ ਗਈਆਂ ਨੇ ਜਾਂ 4 ਤੋਂ 5 ਪੇਪਰ ਜਿਹੜੇ ਨੇ ਪੇजेस ਉਹ ਸਾਨੂੰ ਇੱਕ ਸਵਾਲ ਉੱਤੇ ਲਿਖਣੇ ਨੇ ਤੇ ਅਸੀਂ 2 ਸਵਾਲ ਯਾਨੀ ਕਿ ਇੱਕ ਪੇਜ ਅੱਗੇ ਪਿੱਛੇ ਇਹਦੇ ਉੱਤੇ ਲਿਖ ਸਕਦੇ ਹਾਂ, ਸ਼ਲੋਕ ਉੱਤੇ ਇੱਕ ਪੇਜ ਅੱਗੇ ਪਿੱਛੇ ਦੋੜਾ ਉੱਤੇ ਲਿਖ ਸਕਦੇ ਹਾਂ, which means in which will make our 4 sheets per answer। ਠੀਕ ਹੈ, 4 ਪੇजेस ਹੋ ਗਏ। ਇਸੇ ਤਰ੍ਹਾਂ ਇਸ ਤਰ੍ਹਾਂ 4-5 ਪੇजेस ਇਹਦੇ ਉੱਤੇ ਲਿਖ ਸਕਦੇ ਹਾਂ, 4-5 ਪੇजेस ਇਹਦੇ ਉੱਤੇ ਲਿਖ ਸਕਦੇ ਹਾਂ। ਠੀਕ ਹੈ, 4 ਪੇजेस ਇਹਦੇ ਉੱਤੇ ਲਿਖਣਾ, ਇਹਦੇ ਉੱਤੇ ਲਿਖਣਾ ਇਹ ਥੋੜਾ ਜਿਹਾ ਔਖਾ ਕੰਮ ਹੈ। ਬਾਕੀ ਤੁਹਾਡੀ ਆਪਣੀ ਮਰਜ਼ੀ ਹੈ, ਜਿਹੜਾ ਤੁਹਾਨੂੰ ਸੌਖਾ ਲੱਗੇ, ਪਰ ਤਰੀਕਾ ਜਿਹੜਾ ਹੁੰਦਾ ਜਾਂ ਮੈਨੂੰ ਜਿਹੜਾ ਸੌਖਾ ਲੱਗਦਾ ਸੀ ਉਹ ਇਹੋ ਹੀ ਲੱਗਦਾ ਕਿ ਅਸੀਂ ਇੱਕ ਸਵਾਲ ਕਰੀਏ, ਉਹਦੇ ਵਿੱਚ ਸਾਨੂੰ ਸਵਾਲ ਜ਼ਿਆਦਾ ਹੋ, ਲੰਮਾ ਸਵਾਲ ਹੋਏ, ਯਾਨੀ ਕਿ ਅਸੀਂ ਉਹਨੂੰ ਡਿਵਾਈਡ ਕਰ ਲਿਆ ਛੋਟੇ ਪਾਰਟ ਵਿੱਚ। ਹੁਣ ਇਹ ਸਵਾਲ ਜ਼ਿਆਦਾ ਹੈ ਪਰ ਇਹਨੂੰ ਅਸੀਂ ਡਿਵਾਈਡ ਕਰ ਲਿਆ ਇਹਦੇ ਵਿੱਚ ਜਾਂ ਇਹਦੇ ਵਿੱਚ, ਇਹ ਸਵਾਲ ਲੰਮਾ, ਇਹਨੂੰ ਡਿਵਾਈਡ ਕਰ ਲਿਆ ਇਹ ਦੋਵਾਂ ਵਿੱਚ। ਠੀਕ ਹੈ, ਇਸ ਤਰ੍ਹਾਂ ਕਰਕੇ ਅਸੀਂ ਸਵਾਲ ਨੂੰ ਟਵਿਸਟ ਕਰ ਲਿਆ ਤੇ ਸਾਡਾ ਪੇਪਰ ਹੋ ਗਿਆ। ਠੀਕ ਹੈ, ਇਸ ਤਰ੍ਹਾਂ ਕਰਕੇ ਜੋ ਹੈ ਨਾ ਤੁਸੀਂ ਜ਼ਿਆਦਾ ਮਾਰਕਸ ਗੇਨ ਕਰ ਸਕਦੇ ਹੋ। ਚਲੋ ਇਸ ਵਾਰੀ ਤੁਹਾਨੂੰ ਚਲੋ ਨਹੀਂ ਸਮਝ ਵੀ ਆਈ, ਜਾਣ ਦਿਓ, ਜੇ ਤੁਹਾਡੇ ਕੋਲ ਨੈਕਸਟ ਅਟੈਂਪਟ ਹੈਗੀ ਤੇ ਤੁਸੀਂ ਨੈਕਸਟ ਅਟੈਂਪਟ ਲਈ ਆਪਣੀ ਸਟ੍ਰੈਟੇਜੀ ਇਹ ਰੱਖੋ ਕਿ ਤੁਸੀਂ ਇਸ ਸਵਾਲ ਉਹ ਕਰੋ ਜਿਹਦਾ ਸਵਾਲ ਜਿਹੜਾ ਲੰਬਾ ਹੋਏ, ਪੁੱਛਿਆ ਜ਼ਿਆਦਾ ਲੋਕਾਂ ਬਾਰੇ ਜਾਏ, ਜ਼ਿਆਦਾ ਕੁਐਸਚਨਿੰਗ ਹੋਏ ਸਵਾਲ ਵਿੱਚ, ਤਾਂ ਕਿ ਤੁਸੀਂ ਉਹਨੂੰ ਅਟੈਂਪਟ ਅੱਛੇ ਤਰੀਕੇ ਨਾਲ ਕਰ ਸਕੋ। ਠੀਕ ਹੈ, ਹੁਣ ਇਹ ਫਿਕਰੀ ਤੇ ਫਨੀ ਜਿਹੜਾ ਨਤਾਰਾ ਨਾ ਇਹਨੂੰ ਵੀ ਤੁਸੀਂ ਡਿਸਟਿੰਗੁਇਸ਼ ਕਰ ਸਕਦੇ ਹੋ। ਇੱਕ ਦੀ ਹੈਡਿੰਗ ਦੋਗੇ ਜੀ ਫਨੀ ਨਤਾਰਾ
ਦੂਸਰੀ ਦੀ ਹੈਡਿੰਗ ਦੋਗੇ ਜੀ ਫਿਕਰੀ ਨਤਾਰਾ। ਇਸ ਤਰ੍ਹਾਂ ਕਰਕੇ ਵੀ ਤੁਸੀਂ ਇਹਨੂੰ ਕਰ ਸਕਦੇ ਹੋ। ਇਟ ਆਲ ਡਿਪੈਂਡਸ ਔਨ ਯੋਰ ਕ੍ਰੀਏਟਿਵਿਟੀ, ਤੁਸੀਂ ਕਿੰਨੇ ਕੁ ਕ੍ਰੀਏਟਿਵ ਹੋ, ਕਿਸ ਤਰ੍ਹਾਂ ਤੁਸੀਂ ਗੱਲ ਕਰ ਸਕਦੇ ਹੋ। ਠੀਕ ਹੈ, ਇਸ ਤਰ੍ਹਾਂ ਕਰਕੇ ਪੇਪਰ ਹੋ ਸਕਦਾ ਹੈ। ਤੇ ਜੇ ਤੁਹਾਨੂੰ ਕੋਈ ਕੁਐਸਚਨ ਹੈ, ਕੋਈ ਸਵਾਲ ਰਹਿ ਗਿਆ, ਕੋਈ ਕਨਫਿਊਜ਼ਨ ਰਹਿ ਗਈ ਹੈ, ਤੁਸੀਂ ਮੈਨੂੰ ਪੁੱਛ ਸਕਦੇ ਹੋ। ਮੈਂ ਸਾਰੇ ਜਿਹੜੇ ਲਿੰਕਸ ਨੇ ਇਨਸ਼ਾਅੱਲਾ ਤਾਲਾ ਡਿਸਕ੍ਰਿਪਸ਼ਨ ਵਿੱਚ ਪਾ ਦਿਆਂਗੀ ਤਾਂ ਕਿ ਤੁਸੀਂ ਉਹ ਪ੍ਰੋਪਰ ਲੈਕਚਰ, ਕਿਉਂਕਿ ਹੁਣ ਮੈਂ ਜੋ ਤੁਹਾਨੂੰ ਦੱਸਾਂਗੀ ਡੈਫੀਨਿਟਲੀ ਮੈਂ ਪੜ੍ਹਾ ਤੇ ਨਹੀਂ ਰਹੀ, ਮੈਂ ਸਿਰਫ ਸਵਾਲਾਂ ਦਾ ਕਿਸ ਤਰ੍ਹਾਂ ਅਟੈਂਪਟ ਕਰਨਾ ਚਾਹੀਦਾ ਸੀ, ਕਿਹੜੀ ਕਿਹੜੀ ਚੀਜ਼ਾਂ ਇਹਨਾਂ ਵਿੱਚ ਪਾਈਆਂ ਜਾ ਸਕਦੀਆਂ ਸਨ, ਮੈਂ ਤੁਹਾਨੂੰ ਸਿਰਫ ਉਹ ਦੱਸ ਸਕਦੀ ਹਾਂ। ਦ ਰੈਸਟ ਇਜ਼ ਪੂਰਾ ਜਿਹੜਾ ਟੌਪਿਕ ਹੈ ਉਹ ਮੈਂ ਆਲਰੇਡੀ ਪੜ੍ਹਾ ਚੁੱਕੀ ਹਾਂ ਤੇ ਮੈਂ ਉਹ ਲਿੰਕਸ ਤੁਹਾਨੂੰ ਸ਼ੇਅਰ ਕਰ ਦਿਆਂਗੀ। ਓਕੇ ਜੀ, ਕੋਈ ਰਹਿ ਗਈ ਹੈ ਗੱਲ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਲਿਓ। ਥੈਂਕ ਯੂ ਸੋ ਮਚ, ਆਪਣਾ ਖਿਆਲ ਰੱਖਿਓ, ਅੱਲਾ ਹਾਫਿਜ਼।